ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ ਇਹ ਸਾਡੇ ਆਉਣ ਜਾਣ ਦਾ ਖੇਲ ਸਮਝਾਇਆ ਹੋਇਆ, ਜਿਹਨੂੰ ਪਾਤਸ਼ਾਹ ਗੁਰਬਾਣੀ 'ਚ ਸਮਝਾਉਣਾ ਕਰਦੇ ਆ ਕਿ ਆਵਣ ਜਾਣ ਇੱਕ ਖੇਲ ਬਣਾਇਆ, ਆਗਿਆਕਾਰੀ ਕੀਨੀ ਮਾਇਆ। ਸਾਨੂੰ ਗੁਰਬਾਣੀ ਵਿੱਚ ਮਾਇਆ ਦਾ ਗਿਆਨ ਵੀ ਦਿੱਤਾ ਆ ਕਿ ਮਾਇਆ ਕਿਸ ਚੀਜ਼ ਨੂੰ ਕਹਿੰਦੇ ਆ, ਕਿਉਂਕਿ ਬਹੁਤ ਸਾਰੇ ਸੰਸਾਰ ਦੇ ਜੀਵਾਂ ਨੂੰ ਗਿਆਨ ਨਾ ਹੋਣ ਕਰਕੇ ਸੰਸਾਰ ਦੇ ਜੀਵ ਦੁਨੀਆ ਦੀ ਜਿਹੜੀ ਦੌਲਤ ਆ, ਧਨ ਆ, ਉਹਨੂੰ ਮਾਇਆ ਸਮਝ ਲੈਂਦੇ ਆ। ਪਰ ਸਤਿਗੁਰਾਂ ਨੇ ਗੁਰਬਾਣੀ 'ਚ ਸਾਨੂੰ ਮਾਇਆ ਦਾ ਗਿਆਨ ਦਿੱਤਾ ਕਿ ਮਾਇਆ ਕੀ ਚੀਜ਼ ਆ, ਕਿਵੇਂ ਮਾਇਆ ਸਾਨੂੰ ਠੱਗਦੀ ਆ, ਕਿਵੇਂ ਆਪਾਂ ਜੰਮਣ ਮਰਨ ਦੇ ਗੇੜ ਵਿੱਚ ਪਏ ਰਹਿੰਦੇ ਆ ਮਾਇਆ ਦਾ ਗਿਆਨ ਨਾ ਲੈਣ ਕਰਕੇ, ਅਕਾਲ ਪੁਰਖ ਦਾ ਗਿਆਨ ਨਾ ਲੈਣ ਕਰਕੇ, ਆਪਣੇ ਆਪ ਦਾ ਗਿਆਨ ਨਾ ਲੈਣ ਕਰਕੇ। ਸਤਿਗੁਰੂ ਗੁਰਬਾਣੀ ਵਿੱਚ ਆਪਾਂ ਨੂੰ ਬਾਰ-ਬਾਰ ਇਹੋ ਸਮਝਾਉਂਦੇ ਆ, ਕਿਉਂਕਿ ਸਤਿਗੁਰਾਂ ਨੇ ਆਪਣੇ ਉੱਪਰ ਇੰਨੀ ਕਿਰਪਾ ਕੀਤੀ, ਆਪਾਂ ਨੂੰ ਸਮਝਾਇਆ ਕਿ ਜਿੰਨੇ ਵੀ ਆਪਾਂ ਜੀਵ ਦੁਨੀਆ ਦੇ ਵਿੱਚ ਸੰਸਾਰ 'ਚ ਆਏ ਆ, ਆਪਾਂ ਸਾਰੇ ਅਪਰਾਧੀ ਹਾਂ। ਅਪਰਾਧ ਕੀਤਾ ਤਾਂ ਹੀ ਤਾਂ ਅਸੀਂ ਪਰਮਾਤਮਾ ਦਾ ਮਿਲਾਪ ਨਹੀਂ ਕਰ ਸਕੇ, ਉਹ ਪਰਮਾਤਮਾ ਦੇ ਵਿੱਚ ਇੱਕ ਹੋ ਨਹੀਂ ਸਕੇ। ਅਪਰਾਧ ਪਾਪ ਕੀਤਾ, ਤਨ ਕਰਕੇ ਪਾਪ ਕੀਤਾ, ਮਨ ਕਰਕੇ ਪਾਪ ਕੀਤਾ, ਕਿਉਂਕਿ ਦੋਵੇਂ ਤਰੀਕਿਆਂ ਦਾ ਜਿਹੜਾ ਪਾਪ ਆ ਉਹ ਮਾਇਆ ਵੱਲੋਂ, ਕਾਲ ਵੱਲੋਂ, ਪੰਜਾਂ ਜਾਣ ਵੱਲੋਂ ਸਾਡੇ ਕੋਲੋਂ ਕਰਵਾਇਆ ਜਾਂਦਾ। ਤਨ ਦਾ ਪਾਪ ਜਦੋਂ ਅਸੀਂ ਸਰੀਰਕ ਰੂਪ ਵਿੱਚ ਕਿਸੇ ਨਾਲ ਕ੍ਰੋਧ ਦੇ ਨਾਲ ਅਤਿਆਚਾਰ ਕਰਦੇ ਹਾਂ। ਤਨ ਦਾ ਪਾਪ ਇਹ ਜਦੋਂ ਅਸੀਂ ਕਾਮ ਵਾਸ਼ਨਾ ਭੋਗਦੇ ਹਾਂ। ਮਨ ਦਾ ਪਾਪ ਜਦੋਂ ਅਸੀਂ ਆਪਣੇ ਅੰਦਰ ਬੁਰੇ ਖਿਆਲ, ਬੁਰੇ ਵਿਚਾਰ ਫੁਰਨੇ ਲੈਂਦੇ ਹਾਂ। ਤਨ ਤੇ ਮਨ ਕਰਕੇ ਅਸੀਂ ਪਾਪ ਕਰਦੇ ਹਾਂ। ਹੁਣ ਜਿਹੜਾ ਮਾਲਕ ਆ, ਜਿਹੜਾ ਸਤਿਗੁਰ ਆ, ਜਿਹੜਾ ਉਹ ਪੁਰਖ ਸਤਿਗੁਰ ਆ, ਉਹ ਜਿਹੜਾ ਦਾਤਾ ਆ, ਪ੍ਰਭੂ ਵਾਹਿਗੁਰੂ, ਉਹ ਨਿਰਵੈਰ ਆ। ਉਹ ਕਿਸੇ ਨਾਲ ਵੈਰ ਵਿਰੋਧ ਨਹੀਂ ਕਰਦਾ। ਤੇ ਪਾਤਸ਼ਾਹ ਗੁਰਬਾਣੀ ਸਮਝਾਉਂਦੇ ਕਿ ਆਪਾਂ ਅਪਰਾਧੀਆਂ, ਵਾਹਿਗੁਰੂ ਤੂੰ ਨਿਰਵੈਰ ਆ। ਪਰ ਸਾਡੇ ਕੋਲੋਂ ਨਾ ਚਾਹੁੰਦੇ ਹੋਏ ਵੀ, ਕਿਸੇ ਨੂੰ ਨਹੀਂ ਵੀ ਜਾਣਦੇ ਤਾਂ ਵੀ ਸਾਡਾ ਮਨ ਦੂਸਰੇ ਨੂੰ ਦੇਖ ਕੇ ਆਪਣੇ ਅੰਦਰ ਈਰਖਾ ਤੇ ਵੈਰ ਵਿਰੋਧ ਦੀਆਂ ਭਾਵਨਾਵਾਂ ਉਤਪੰਨ ਕਰਦਾ ਹੈ। ਐ ਵਾਹਿਗੁਰੂ ਕਿਰਪਾ ਕਰ, ਤੂੰ ਨਿਰਵੈਰ ਪੁਰਖ ਆ, ਅਸੀਂ ਅਪਰਾਧੀ ਹਾਂ, ਪਰ ਇੱਕ ਕਿਰਪਾ ਕਰ, ਸਾਨੂੰ ਤੂੰ ਬਖਸ਼ ਸਕਦਾ ਹੈ ਜੇ ਤੇਰੀ ਕਿਰਪਾ ਹੋ ਜੇ ਤੇ। ਤਾਂ ਹੀ ਮਹਾਰਾਜ ਗੁਰਬਾਣੀ 'ਚ ਕਹਿੰਦੇ ਨਿਰਵੈਰ ਪੁਰਖ ਸਤਿਗੁਰ ਪ੍ਰਭ ਦਾਤੇ, ਹਮ ਅਪਰਾਧੀ ਤੁਮ ਬਖਸਾਤੇ। ਤੂੰ ਬਖਸ਼ਣ ਵਾਲਾ, ਅਸੀਂ ਅਪਰਾਧੀ ਹਾਂ। ਅਸੀਂ ਇਹ ਮੰਨਦੇ, ਅਸੀਂ ਕਬੂਲ ਕਰਦੇ ਹਾਂ, ਕਿਉਂਕਿ ਜੇ ਅਪਰਾਧੀ ਨਾ ਹੁੰਦੇ, ਹੁਣ ਨੂੰ ਤੇਰਾ ਮਿਲਾਪ ਕਰਕੇ ਅਸੀਂ ਤੇਰੇ ਵਿੱਚ ਇੱਕ ਹੋਏ ਹੋਣਾ ਸੀ। ਅਸੀਂ ਜੰਮਣ ਮਰਨ ਦੇ ਗੇੜ ਵਿੱਚ, ਇਹ ਸਰੀਰ ਭੋਗਣ ਦੇ ਗੇੜ ਵਿੱਚ ਨਹੀਂ ਸੀ ਆਉਣਾ। ਸਾਡੇ ਕੋਲ ਅਪਰਾਧ ਹੋਏ, ਹੁਣ ਵੀ ਹੋ ਰਹੇ ਨੇ, ਪਰ ਤੂੰ ਬਖਸ਼ਣ ਵਾਲਾ ਆ, ਸਾਨੂੰ ਬਖਸ਼ ਲਾ। ਮਹਾਰਾਜ ਕਹਿੰਦੇ ਨਿਰਵੈਰ ਪੁਰਖ ਸਤਿਗੁਰ ਪ੍ਰਭ ਦਾਤੇ, ਹਮ ਅਪਰਾਧੀ ਤੁਮ ਬਖਸਾਤੇ। ਹੁਣ ਸਤਿਗੁਰੂ ਇੱਥੋਂ ਤੱਕ ਆਪਾਂ ਨੂੰ ਗੁਰਬਾਣੀ ਵਿੱਚ ਗਰੰਟੀ ਦੇ ਰਹੇ ਆ। ਸਤਿਗੁਰੂ ਪੰਚਮ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਸਾਨੂੰ ਲਿਖ ਕੇ ਦੇ ਰਹੇ ਆ। ਮਹਾਰਾਜ ਕਹਿੰਦੇ ਆ, ਜਿਹੜਾ ਬੰਦਾ ਦੁਨੀਆ ਤੇ ਬਹੁਤ ਵੱਡੇ ਤੋਂ ਵੱਡਾ ਪਾਪੀ ਆ, ਪਾਪ ਕਮਾਉਂਦਾ, ਜਿੱਦਾਂ ਦਾ ਮਰਜ਼ੀ ਉਹ ਪਾਪ ਕਮਾਉਂਦਾ, ਮੰਨ ਲਓ ਕਿ ਉਹਨੂੰ ਅਜੇ ਤੱਕ ਢੋਈ ਕਿਤੇ ਨਹੀਂ ਮਿਲੀ, ਕਿਉਂਕਿ ਉਹਨੇ ਪਾਪ ਕਮਾਈ ਗਿਆ। ਜਨਮ ਦਰ ਜਨਮ, ਜਿਉਂ-ਜਿਉਂ ਸੰਸਾਰ 'ਚ ਜਨਮ ਭੋਗੀ ਗਿਆ, ਉਹ ਪਾਪ ਹੀ ਕਮਾਉਂਦਾ ਰਿਹਾ, ਉਹਨੂੰ ਕਿਤਿਓਂ ਵੀ ਢੋਈ ਨਹੀਂ ਮਿਲੀ। ਪਰ ਸਤਿਗੁਰੂ ਗੁਰਬਾਣੀ ਵਿੱਚ ਇਹ ਬਖਸ਼ਿਸ਼ ਕਰਦੇ ਆ ਕਿ ਜੇ ਕਿਤੇ ਉਹ ਅਕਾਲ ਪੁਰਖ ਵਾਹਿਗੁਰੂ ਦੀ ਸ਼ਰਨ ਵਿੱਚ ਆ ਜੇ ਨਾ, ਤੇ ਉਹਦਾ ਮਨ ਜਿਹੜਾ ਵਾ ਨਿਰਮਲ ਹੋ ਜਾਏਗਾ, ਉਹਦੇ ਪਾਪ ਖੰਡਨ ਕਰ ਦੂ ਸਤਿਗੁਰੂ। ਤਾਂ ਹੀ ਪਾਤਸ਼ਾਹ ਗੁਰਬਾਣੀ 'ਚ ਆਪਾਂ ਨੂੰ ਗਿਆਨ ਬਖਸ਼ਿਸ਼ ਕਰਦੇ ਆ, ਜਿਸ ਪਾਪੀ ਕੋ ਮਿਲੇ ਨਾ ਢੋਈ, ਸ਼ਰਨ ਆਵੈ ਤਾਂ ਨਿਰਮਲ ਹੋਈ। ਜਿਹਦਾ ਮਨ ਪਾਪ, ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਈਰਖਾ, ਨਿੰਦਿਆ, ਚੁਗਲੀ, ਵੈਰ ਵਿਰੋਧ ਦੇ ਅੰਦਰ ਪਾਪ ਕਮਾ ਰਿਹਾ, ਪਰ ਉਹਨੂੰ ਅਜੇ ਤੱਕ ਢੋਈ ਨਹੀਂ ਮਿਲੀ। ਜੇ ਕਿਤੇ ਉਹ ਮਨ, ਉਹ ਸੁਰਤ
ਸਤਿਗੁਰ ਦੀ ਸ਼ਰਨ ਵਿੱਚ ਆ ਜਾਵੇ ਤੇ ਮਹਾਰਾਜ ਕਹਿੰਦੇ ਉਹ ਬਖਸ਼ਿਆ ਜਾਏਗਾ। ਉਹਦਾ ਮਨ ਦੇ ਉੱਪਰੋਂ ਮੈਲ ਜਿਹੜੀ ਜਨਮਾਂ ਜਨਮਾਂ ਦੀ ਉਤਰ ਜਾਵੇਗੀ, ਉਹ ਮਨ ਨਿਰਮਲ ਹੋ ਜਾਏਗਾ, ਮੈਲ ਤੋਂ ਰਹਿਤ। ਨਿਰਮਲ ਦਾ ਮਤਲਬ ਮੈਲ ਤੋਂ ਰਹਿਤ ਹੋ ਜਾਏਗਾ। ਹੁਣ ਸਤਿਗੁਰੂ ਗੁਰਬਾਣੀ 'ਚ ਆਪਾਂ ਨੂੰ ਸਮਝਾਉਂਦੇ, ਸਾਡੇ ਮਨ ਨੂੰ ਅਸੀਂ ਕਹਿੰਦੇ ਹਾਂ ਵੀ ਸਾਨੂੰ ਚਿੰਤਾ, ਫਿਕਰ, ਇੰਗਜ਼ਾਇਟੀ ਹੋ ਗਈ, ਟੈਨਸ਼ਨ ਹੋ ਗਈ, ਡਿਪਰੈਸ਼ਨ ਹੋ ਗਿਆ, ਭਾਵ ਕਿ ਦੁੱਖ ਆਉਂਦਾ ਸਾਨੂੰ ਮਨ ਕਰਕੇ। ਹੁਣ ਪਾਤਸ਼ਾਹ ਗੁਰਬਾਣੀ ਸਮਝਾਉਂਦੇ ਆ, ਕਹਿੰਦੇ ਜੇ ਤੁਸੀਂ ਸੁੱਖ ਲੈਣਾ ਨਾ ਤੇ ਤੁਹਾਨੂੰ ਇੱਕ ਕੰਮ ਕਰਨਾ ਪਊ। ਕਿਹੜਾ? ਤੁਹਾਨੂੰ ਸਤਿਗੁਰ ਨੂੰ ਮਨਾਉਣਾ ਪਊਗਾ, ਕਿਉਂਕਿ ਉਹਨੂੰ ਖੁਸ਼ ਕਰਨਾ ਪਊ, ਅਕਾਲ ਪੁਰਖ ਸਤਿਗੁਰ ਨੂੰ। ਜੇ ਤੁਸੀਂ ਉਹਨੂੰ ਮਨਾ ਲਿਆ, ਕਿਉਂਕਿ ਮਨ ਨੂੰ ਸੁੱਖ ਦੇਣ ਵਾਲਾ ਕੌਣ ਆ? ਜਿਹੜੀਆਂ ਦੁਨਿਆਵੀ ਚੀਜ਼ਾਂ ਆ, ਦੁਨਿਆਵੀ ਧਨ ਦੌਲਤ ਆ, ਦੁਨਿਆਵੀ ਪਦਾਰਥ ਆ, ਉਹ ਸਰੀਰ ਨੂੰ ਸੁੱਖ ਦੇ ਸਕਦੇ ਆ, ਪਰ ਮਨ ਨੂੰ ਸੁੱਖ ਨਹੀਂ ਦੇ ਸਕਦੇ। ਮਨ ਨੂੰ ਸੁੱਖ ਕੇਵਲ ਅਕਾਲ ਪੁਰਖ ਪਰਮਾਤਮਾ ਹੀ ਦੇ ਸਕਦਾ ਆ। ਤੇ ਪਰਮਾਤਮਾ ਨੂੰ ਜੇ ਆਪਾਂ ਖੁਸ਼ ਕਰ ਲਿਆ, ਮਨਾ ਲਿਆ, ਤੇ ਮਹਾਰਾਜ ਕਹਿੰਦੇ ਆ ਫਿਰ ਉਹ ਸਦਾ ਵਾਸਤੇ ਸਾਡੇ ਮਨ ਨੂੰ ਵੀ ਸੁੱਖ ਦੇ ਦੇਗਾ। ਤਾਂ ਹੀ ਮਹਾਰਾਜ ਗੁਰਬਾਣੀ 'ਚ ਕਹਿੰਦੇ ਸੁੱਖ ਪਾਇਆ ਸਤ ਗੁਰੂ ਮਨਾਏ। ਮਹਾਰਾਜ ਕਹਿੰਦੇ ਆ ਸੁੱਖ ਕਦੋਂ ਮਿਲਿਆ ਸਾਨੂੰ? ਜਦੋਂ ਮੈਂ ਸਤਿਗੁਰ ਨੂੰ ਮਨਾ ਲਿਆ, ਜਦੋਂ ਮੈਂ ਸਤਿਗੁਰ ਨੂੰ ਖੁਸ਼ ਕਰ ਦਿੱਤਾ। ਤੇ ਕੇਵਲ ਕੱਲਾ ਸੁੱਖ ਨਹੀਂ ਮਿਲਿਆ, ਪਾਤਸ਼ਾਹ ਤੇ ਇੱਥੋਂ ਤੱਕ ਵੀ ਆਪਾਂ ਨੂੰ ਸਤਿਗੁਰ ਸਮਝਾ ਰਹੇ ਗੁਰਬਾਣੀ ਵਿੱਚ। ਮਹਾਰਾਜ ਕਹਿੰਦੇ ਆ ਜਦੋਂ ਮੈਂ ਗੁਰੂ ਗੁਰੂ ਕਰਕੇ ਉਸ ਪਰਮਾਤਮਾ ਨੂੰ ਧਿਆਇਆ, ਜਿੱਦਾਂ ਆਪਾਂ ਵਾਹਿਗੁਰੂ 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 ਕਰਦੇ ਆ ਨਾ, ਕਿਉਂਕਿ ਵਾਹ ਦਾ ਮਤਲਬ ਹੁੰਦਾ ਵਾਹ, ਉਸਤਤ ਕਰਨੀ, ਤੇ ਗੁਰੂ ਦਾ ਮਤਲਬ ਹੈ, ਗੂ ਦਾ ਮਤਲਬ ਹਨੇਰਾ, ਤੇ ਰੂਹ ਦਾ ਮਤਲਬ ਹੈ ਚਾਨਣ, ਜਿਹੜਾ ਪ੍ਰਕਾਸ਼ ਰੂਪ ਪਰਮਾਤਮਾ ਅਕਾਲ ਪੁਰਖ ਆ। ਮਹਾਰਾਜ ਕਹਿੰਦੇ ਆ ਜਦੋਂ ਮੈਂ ਸਤਿਗੁਰ ਨੂੰ ਮਨਾਇਆ, ਮੈਨੂੰ ਸੁੱਖ ਮਿਲਿਆ। ਜਦੋਂ ਗੁਰੂ ਗੁਰੂ ਕਰਕੇ ਮੈਂ ਅਕਾਲ ਪੁਰਖ ਨੂੰ ਧਿਆਇਆ, ਤੇ ਮੈਨੂੰ ਉਹ ਫਲ ਦੀ ਵੀ ਇੱਛਾ, ਜਿਹੜੀ ਉਹ ਫਲ ਦੀ ਪ੍ਰਾਪਤੀ ਹੋ ਗਈ ਜਿਸ ਫਲ ਦੀ ਮੇਰਾ ਮਨ ਇੱਛਾ ਕਰਦਾ ਸੀ। ਤਾਂ ਹੀ ਮਹਾਰਾਜ ਕਹਿੰਦੇ ਆ ਸੁੱਖ ਪਾਇਆ ਸਤ ਗੁਰੂ ਮਨਾਏ, ਸਭ ਫਲ ਪਾਏ ਗੁਰੂ ਧਿਆਏ। ਜਦੋਂ ਗੁਰੂ ਨੂੰ ਧਿਆਇਆ, ਸਿਮਰਨ ਕੀਤਾ, ਅਭਿਆਸ ਕੀਤਾ, ਗੁਰਮੰਤਰ ਜਪਿਆ, ਤੇ ਮਹਾਰਾਜ ਕਹਿੰਦੇ ਆ ਉਹਨੇ ਸੁੱਖ ਵੀ ਦਿੱਤਾ, ਤੇ ਜਿਹੜੇ ਜਿਹੜੇ ਮੇਰੇ ਮਨ ਦੀ ਇੱਛਾ ਦਾ ਫਲ ਸੀ, ਉਹ ਫਲ ਦੀ ਪ੍ਰਾਪਤੀ ਹੋ ਗਈ। ਹੁਣ ਮਹਾਰਾਜ ਗੁਰਬਾਣੀ 'ਚ ਆਪਾਂ ਨੂੰ ਸਮਝਾਉਂਦੇ ਆ, ਸਤਿਗੁਰ ਕਹਿੰਦੇ ਆ ਵੀ ਉਹ ਪਾਰ ਬ੍ਰਹਮ ਜਿਹੜਾ ਨਾ, ਉਹ ਸਤਿਗੁਰੂ ਆਦੇਸ਼ ਦਿੰਦਾ। ਕਿਹੜਾ? ਮਹਾਰਾਜ ਕਹਿੰਦੇ ਪਾਰ ਬ੍ਰਹਮ ਸਤਿਗੁਰ ਆਦੇਸ਼, ਮਨ ਤਨ ਤੇਰਾ ਸਭ ਤੇਰਾ ਦੇਸ। ਹੁਣ ਮਹਾਰਾਜ ਕਹਿੰਦੇ ਆ ਪਰ ਉਹ ਪਰਮਾਤਮਾ, ਮਹਾਰਾਜ ਕਹਿੰਦੇ ਸਾਨੂੰ ਕਦੋਂ ਉਹ ਦਿਖਿਆ? ਹੁਣ ਆਪਣੇ ਨੇਤਰ ਸਾਡੀਆਂ ਅੱਖਾਂ ਆ, ਪਰ ਸਾਨੂੰ ਪਰਮਾਤਮਾ ਦਿਖਦਾ ਨਹੀਂ, ਸਵਾਸ ਦੇ ਰਿਹਾ ਆ। ਤਾਂ ਹੀ ਸਤਿਗੁਰੂ ਦੀ ਬਾਣੀ ਆਪਾਂ ਸੁਖਮਨੀ ਸਾਹਿਬ ਵਿੱਚ ਪੜ੍ਹਦੇ ਹਾਂ ਨਾ, ਕਿ ਜਿਹੜਾ ਪਰਮਾਤਮਾ ਇੰਨੀ ਹੱਥਾਂ ਤੋਂ ਵੀ ਨੇੜੇ ਆ, ਪਾਤਸ਼ਾਹ ਗੁਰਬਾਣੀ ਸਮਝਾਉਂਦੇ ਆ ਤੂੰ ਅੱਖਾਂ ਹੁੰਦਾ ਵੀ ਅੰਨ੍ਹਿਆ ਹੋ ਗਿਆ ਕਿ ਤੈਨੂੰ ਇੰਨਾ ਹਜ਼ੂਰ ਸਤਿਗੁਰ ਵੀ ਦਿਖਦਾ ਨਹੀਂ। ਤੂੰ ਸਮਝਦਾ ਪਤਾ ਨਹੀਂ ਉਹ ਕਿਤੇ ਖਾਸ ਜਗ੍ਹਾ ਤੇ ਦੂਰ ਬੈਠਾ ਆ। ਤੇ ਆਪਾਂ ਸਤਿਗੁਰ ਦੇ ਪਾਵਨ ਬਚਨ ਪੜ੍ਹਦੇ ਹਾਂ। ਮਹਾਰਾਜ ਸਮਝਾਉਣਾ ਕਰਦੇ, ਜੋ ਠਾਕੁਰ ਸਦ ਸਦਾ ਹਜੂਰੇ, ਤਾਂ ਕੋ ਅੰਧਾ ਜਾਣਤ ਦੂਰੇ। ਅੰਨੇ ਹੋ ਗਏ ਆਪਾਂ। ਕਿਉਂ? ਕਿਉਂਕਿ ਸਾਡੇ ਇਹਨਾਂ ਨੇਤਰਾਂ ਦੇ ਉੱਪਰ ਮਾਇਆ ਨੇ ਇੱਕ ਭਰਮ ਦਾ ਪਰਦਾ ਪਾਇਆ ਹੋਇਆ, ਜਿਸ ਕਰਕੇ ਸਾਨੂੰ ਸੰਸਾਰ ਦਿਖੀ ਜਾਂਦਾ, ਇਹ ਦੁਨੀਆ ਦਿਖੀ ਜਾਂਦੀ, ਇਹ ਕੁਦਰਤ ਦਿਖੀ ਜਾਂਦੀ, ਪਰ ਇਸ ਕੁਦਰਤ ਦੇ ਵਿੱਚ ਵਸਦਾ ਹੋਇਆ ਅਕਾਲ ਪੁਰਖ ਨਹੀਂ ਦਿਖਦਾ। ਤੇ ਫਿਰ ਪਾਤਸ਼ਾਹ ਕਹਿੰਦੇ ਆ ਕਦੋਂ ਮੈਨੂੰ ਨਜ਼ਰ ਆਇਆ? ਕਹਿੰਦੇ ਜਦੋਂ ਮੇਰੇ ਭਰਮ ਦਾ, ਮੇਰੇ ਭੁਲੇਖੇ ਦਾ ਪਰਦਾ ਪਰਮਾਤਮਾ ਨੇ ਦੂਰ ਕਰ ਦਿੱਤਾ। ਤਾਂ ਹੀ ਮਹਾਰਾਜ ਗੁਰਬਾਣੀ 'ਚ ਸਤਿਗੁਰੂ ਆਪਾਂ ਨੂੰ ਸਮਝਾਉਣਾ ਕਰਦੇ ਆ। ਮਹਾਰਾਜ ਸਮਝਾਉਂਦੇ ਆ ਚੂਕਾ ਪੜਦਾ ਤਾਂ ਨਦਰੀ ਆਇਆ। ਕਿਉਂਕਿ ਪੜਦਾ ਜੋ ਸਾਡੇ ਇਹਨਾਂ ਨੇਤਰਾਂ ਦੇ ਉੱਪਰ ਭਰਮ ਦਾ ਪੜਦਾ ਆ, ਉਹ ਕਿੰਨੇ ਦੂਰ ਕਰਨਾ? ਉਹ ਗੁਰੂ ਨੇ ਦੂਰ ਕਰਨਾ। ਜਦੋਂ ਆਪਾਂ ਪੂਰੇ ਗੁਰੂ ਦੀ ਸ਼ਰਨ ਵਿੱਚ ਜਾਂਦੇ ਹਾਂ, ਫਿਰ ਉੱਥੇ ਸਤਿਗੁਰੂ ਸਾਨੂੰ ਗੁਰਬਾਣੀ ਦੁਆਰਾ ਉਪਦੇਸ਼ ਦਿੰਦੇ ਆ। ਮਹਾਰਾਜ ਸਮਝਾਉਂਦੇ ਆ ਕਿ ਪੂਰੇ ਗੁਰ ਕਾ ਸੁਨ ਉਪਦੇਸ਼, ਪਾਰ ਬ੍ਰਹਮ ਨਿਕਟ ਕਰ ਪੇਖ। ਉਹ ਤੇਰੇ ਨੇੜੇ ਆ, ਤੈਨੂੰ ਦਿਖਦਾ ਨਹੀਂ। ਤੂੰ ਗੁਰੂ ਦੀ ਸ਼ਰਨ ਵਿੱਚ ਜਾ। ਜਦੋਂ ਗੁਰੂ ਨੇ ਤੇਰੇ ਇਹ ਨੇਤਰਾਂ ਤੋਂ ਭਰਮ ਦਾ ਪਰਦਾ ਦੂਰ ਕਰਨਾ, ਤੇ ਤੈਨੂੰ ਸਾਹਮਣੇ ਉਹ ਨਜ਼ਰ ਆ ਜਾਣਾ। ਹੋ ਕਿਰਪਾਲ ਗੁਰ ਲਾਇਓ ਪਾਰ ਦੋ, ਮਿਲੋ ਲਾਲ ਮਨ ਹਰਿਆ।
कि जदों गुरु ने भरम दा पड़दा दूर कर दिता, मैनू सवास देण वाला मेरा पिता अकाल पुरख मैनू सामने नजरी आ गया। तां ही महाराज कहंदे आ, चूका पड़दा तां नदरी आया, खसम तू है सबना के राया। जदों वेख लिया तो फिर महाराज कहंदे मन नूं यकीन आ गया भी आ वो खसम सारे संसार दा जिहड़ा सारी सृष्टि नूं बना के ते आप इस सृष्टि विच बैठ गया, जिहड़ा सानूं सारिआं नूं सवास दिंदा है। हुण सतगुरु गुरबाणी च इत्थों तक भी ज्ञान दिंदे आ। महाराज कहंदे आ, ਜਿਹੜਾ जीव ਉਹਦੇ ਭਾਣੇ ਵਿੱਚ आ ਜਾਂਦਾ, ਹੁਣ ਸਾਡਾ ਜਿਹੜਾ ਮਨ ਆ ਇਹਨੇ ਜਨਮਾਂ ਜਨਮਾਂ ਤੋਂ ਆਪਣੀ ਅੰਦਰੋਂ ਖੁਰਾਕ ਨੂੰ ਕੱਢ ਕੇ ਪੀਤਾ ਨਹੀਂ ਤੇ ਇਹ ਸੁੱਕ ਗਿਆ। ਹੁਣ ਜਿਵੇਂ ਦਰਖਤ ਆ, ਜੇ ਦਰਖਤ ਨੂੰ ਕਈ ਸਾਲ ਕਈ ਮਹੀਨੇ ਪਾਣੀ ਨਾ ਪਵੇ ਉਹ ਸੁੱਕ ਜਾਂਦਾ ਆ। ਇਸੇ ਤਰ੍ਹਾਂ ਸਾਡਾ ਜਿਹੜਾ ਮਨ ਆ, ਮੰਨ ਲਓ ਕਿ ਸਰੀਰ ਆ, ਚਲੋ ਆਪਾਂ ਤਨ ਦੀ ਗੱਲ ਕਰਦੇ ਹਾਂ ਸਮਝਣ ਵਾਸਤੇ ਤਾਂ ਕਿ ਸੌਖੀ ਸਮਝ ਲੱਗ ਜਾਵੇ। ਹੁਣ ਜਿਵੇਂ ਤਨ ਆ, ਸਰੀਰ ਆ, ਜੇ ਸਰੀਰ ਨੂੰ ਭੋਜਨ ਨਾ ਦਿੱਤਾ ਜਾਵੇ, ਪਦਾਰਥ ਨਾ ਦਿੱਤੇ ਜਾਣ ਤੇ ਸਰੀਰ ਸੁੱਕ ਜਾਵੇਗਾ, ਸਰੀਰ 'ਚ ਕਮਜ਼ੋਰੀ ਆ ਜਾਏਗੀ, ਸਰੀਰ ਦੀ ਤਾਕਤ ਖਤਮ ਹੋ ਜਾਏਗੀ। ਇਸੇ ਤਰ੍ਹਾਂ ਆਪਾਂ ਮਨ ਆ, ਆਪਾਂ ਸਰੀਰ ਨਹੀਂ ਆ, ਆਪਾਂ ਤਨ ਨਹੀਂ ਆ, ਤੇ ਕੀ ਆਪਾਂ ਆਪਣੇ ਇਸ ਘਰ ਦੇ ਅੰਦਰ ਪਈ ਹੋਈ ਖੁਰਾਕ ਨੂੰ ਕੱਢ ਕੱਢ ਕੇ ਪੀਤਾ ਅੰਦਰੋਂ, ਜਿਹੜੀ ਮਨ ਦੀ ਖੁਰਾਕ ਆ, ਜਿਹਨੂੰ ਪਾਤਸ਼ਾਹ ਕਹਿੰਦੇ ਮਨ ਕਾ ਤੋਸਾ ਹਰ ਨਾਮ ਹੈ। ਹਰੀ ਦਾ ਨਾਮ ਸਾਡੇ ਅੰਦਰ ਆ, ਉਹ ਅੰਮ੍ਰਿਤ ਰੂਪੀ ਨਾਮ ਅੰਦਰ ਆ, ਪਰ ਉਹ ਕੱਢ ਕੇ ਕਦੀ ਪੀਤਾ ਨਹੀਂ। ਤਾਂ ਹੀ ਸਾਡਾ ਜਿਹੜਾ ਮਨ ਆ ਜੁਗਾਂ ਜੁਗਾਂ ਤੋਂ ਆਪਣੀ ਖੁਰਾਕ ਨਾ ਲੈਣ ਕਰਕੇ ਕਮਜ਼ੋਰ ਹੋ ਗਿਆ, ਇਹ ਸੁੱਕ ਗਿਆ। ਤਾਂ ਹੀ ਤਾਂ ਜੀਵ ਆਪਣੇ ਸਰੂਪ ਤੋਂ ਹੀ ਸੁਪਨੇ ਦੇ ਵਿੱਚ ਡਰੀ ਜਾਂਦੇ, ਮੈਨੂੰ ਪ੍ਰੇਤ ਚੰਬੜ ਗਿਆ, ਮੈਨੂੰ ਭੂਤ ਚੰਬੜ ਗਿਆ, ਮੈਨੂੰ ਆਹ ਚੀਜ਼ ਚੰਬੜ ਗਈ। ਉਹ ਫਿਰ ਅਲੱਗ-ਅਲੱਗ ਆਵਾਜ਼ ਵੀ ਅੰਦਰੋਂ ਉਸ ਤਰ੍ਹਾਂ ਦੀ ਮਨ ਕਢਵਾਉਂਦਾ ਸਰੀਰ ਦੇ ਕੋਲੋਂ। ਕਿਉਂ? ਕਿਉਂਕਿ ਮਨ ਜਿਹੜਾ ਪਰਮਾਤਮਾ ਦੇ ਨਾਮ ਤੋਂ ਬਗੈਰ ਪ੍ਰੇਤ ਬਣ ਚੁੱਕਾ, ਇਹ ਸੁੱਕ ਗਿਆ। ਤੇ ਮਹਾਰਾਜ ਗੁਰਬਾਣੀ 'ਚ ਕਹਿੰਦੇ ਆ, ਜਿਹੜਾ ਜੀਵ ਅਭਿਆਸ ਕਰਦਾ, ਸਿਮਰਨ ਕਰਦਾ ਹੋਇਆ ਉਹਦੇ ਭਾਣੇ ਵਿੱਚ ਆ ਜਾਂਦਾ, ਉਸ ਮਨ ਨੂੰ ਜਦੋਂ ਅੰਦਰੋਂ ਨਾਮ ਦੀ ਖੁਰਾਕ ਮਿਲਦੀ ਆ ਨਾ, ਤੇ ਉਹ ਸੁੱਕੇ ਤੋਂ ਵੀ ਹਰਿਆ ਹੋ ਜਾਂਦਾ। ਤਾਂ ਹੀ ਪਾਤਸ਼ਾਹ ਕਹਿੰਦੇ ਆ, ਤਿਸ ਭਾਣਾ ਸੂਕੇ ਕਾਸ਼ਟ ਹਰਿਆ। ਵੀ ਜੇ ਉਹਦੇ ਭਾਣੇ ਵਿੱਚ ਮਨ ਆ ਗਿਆ ਤੇ ਪਾਤਸ਼ਾਹ ਕਹਿੰਦੇ ਆ, ਇਹ ਜਨਮਾਂ ਜਨਮਾਂ ਤੋਂ, ਕਈ ਯੁੱਗਾਂ ਤੋਂ ਸੁੱਕੇ ਹੋਏ ਮਨ ਨੂੰ ਵੀ ਇਹਨੇ ਖੁਰਾਕ ਦੇ ਕੇ ਹਰਿਆ ਕਰ ਦੇਣਾ। ਤੇ ਪਾਤਸ਼ਾਹ ਗੁਰਬਾਣੀ 'ਚ ਕਹਿੰਦੇ ਆ, ਜੇ ਭਾਣਾ ਤਾਂ ਥਲ ਸਿਰ ਕਰਿਆ, ਤਿਸ ਭਾਣਾ ਤਾਂ ਸਭ ਫਲ ਪਾਏ। ਹੁਣ ਮਹਾਰਾਜ ਕਹਿੰਦੇ, ਜੇ ਮਨ ਉਹਦੇ ਭਾਣੇ ਵਿੱਚ ਆ ਗਿਆ, ਹੁਣ ਪਰਮਾਤਮਾ ਦੇ ਭਾਣੇ ਵਿੱਚ ਮਨ ਆਉਂਦਾ ਕਿਵੇਂ ਆ? ਇਹ ਵੀ ਬੜੀ ਸਮਝਣ ਵਾਲੀ ਗੱਲ ਆ। ਸਾਨੂੰ ਭੁਲੇਖਾ ਪੈਂਦਾ ਕਿ ਅਸੀਂ ਗੁਰਦੁਆਰੇ ਸਾਹਿਬ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੱਥੇ ਟੇਕਦੇ ਤੇ ਸ਼ਾਇਦ ਅਸੀਂ ਭਾਣੇ 'ਚ ਆ ਗਏ ਹਾਂ, ਅਸੀਂ ਅੰਮ੍ਰਿਤ ਛਕ ਲਿਆ ਤੇ ਸ਼ਾਇਦ ਭਾਣੇ ਵਿੱਚ ਆ ਗਏ ਹਾਂ, ਅਸੀਂ ਗੁਰਬਾਣੀ ਪੜ੍ਹਨ ਲੱਗ ਗਏ ਤੇ ਸ਼ਾਇਦ ਭਾਣੇ ਵਿੱਚ ਆ ਗਏ ਹਾਂ। ਹੁਣ ਅਕਾਲ ਪੁਰਖ ਦੇ ਭਾਣੇ ਵਿੱਚ ਆਇਆ ਕਿੱਦਾਂ ਜਾਂਦਾ? ਹੁਣ ਅਕਾਲ ਪੁਰਖ ਦਾ ਭਾਣਾ ਕੀ ਆ? ਉਹਦਾ ਭਾਣਾ ਆ ਉਹਦਾ ਅਨਹਦ ਨਾਮ ਜਿਹੜਾ ਸਾਡੇ ਅੰਦਰ ਉਹ ਚੱਲ ਰਿਹਾ। ਜਿਹੜੀ ਸੁਰਤ ਅਭਿਆਸ ਕਰਦੇ ਆ, ਜਿਹੜੇ ਗੁਰਮੁਖ ਮਿਹਨਤ ਕਰਦੇ ਆ, ਨਾਮ ਜਪਦੇ ਸਿਮਰਨ ਕਰਦੇ ਆ, ਉਹਨਾਂ ਦੇ ਅੰਦਰੋਂ ਜਦੋਂ ਉਹ ਨਾਮ ਪ੍ਰਗਟ ਹੋ ਜਾਂਦਾ, ਉਹਨਾਂ ਨੂੰ ਅੰਦਰੋਂ ਜਦੋਂ ਨਾਮ ਸੁਣਦਾ ਤੇ ਉਹ ਮਨ ਉਹ ਸੁਰਤ ਪਰਮਾਤਮਾ ਦੇ ਉਹ ਭਾਣੇ ਵਿੱਚ ਆ ਜਾਂਦੀ। ਤਾਂ ਹੀ ਮਹਾਰਾਜ ਕਹਿੰਦੇ ਆ, ਜੇ ਫਲ ਦੀ ਪ੍ਰਾਪਤੀ ਨਹੀਂ ਹੋਈ ਤੇ ਤੁਸੀਂ ਪਰਮਾਤਮਾ ਦੇ ਭਾਣੇ ਵਿੱਚ ਆ ਜਾਓ। ਤਾਂ ਹੀ ਮਹਾਰਾਜ ਕਹਿੰਦੇ, ਤਿਸ ਭਾਣਾ ਤਾਂ ਸਭ ਫਲ ਪਾਏ। ਜੇ ਉਹਦਾ ਭਾਣਾ ਹੋਇਆ, ਜਿਵੇਂ ਇੱਥੇ ਰੋਜ਼ ਹੀ ਗੁਰਮੁਖ ਕਹਿ ਦਿੰਦੇ ਆ ਨਾ ਜੀ, ਗੁਰਬਾਣੀ ਤੇ ਬੜੀ ਪੜ੍ਹੀ ਦੀ ਆ, ਪਰ ਸਾਨੂੰ ਦੁੱਖ ਕਿਉਂ ਆਉਂਦੇ ਬਾਣੀ ਪੜ੍ਹਨ ਵਾਲਿਆਂ ਨੂੰ? ਅਸੀਂ ਤੇ ਜੀ ਸਿਮਰਨ ਵੀ ਕਰਦੇ ਆ, ਤੇ ਜਿਹੜੇ ਪਾਪੀ ਬੰਦੇ ਆ ਉਹ ਫਲਦੇ ਫੁੱਲਦੇ ਜ਼ਿਆਦਾ ਆ। ਜ਼ਿਆਦਾਤਰ ਅਸੀਂ ਇਹੋ ਹੀ ਧਿਆਨ ਰੱਖਦੇ ਆ ਤਾਂ ਵੀ ਫਲਾਣਾ ਬੰਦਾ ਬੜਾ ਪਾਪੀ ਆ ਜੀ, ਉਹ ਕੋਈ ਧਨ ਦੌਲਤ ਬੜੀ ਆ, ਉਹ ਖੁਸ਼ ਬੜਾ ਆ। ਅਸੀਂ ਤੇ ਗੁਰਬਾਣੀ ਵੀ ਪੜ੍ਹਦੇ ਸੁਣਦੇ ਆ, ਪਰ ਸਾਨੂੰ ਦੁੱਖ ਕਿਉਂ ਆਉਂਦੇ ਆ? ਹੁਣ ਮਹਾਰਾਜ ਕਹਿੰਦੇ ਆ, ਗੁਰਬਾਣੀ ਤੇ ਤੂੰ ਪੜ੍ਹ ਲਈ, ਤੂੰ ਗੁਰਬਾਣੀ ਦਿਨ ਰਾਤ ਪੜ੍ਹੀ ਜਾਣਾ, ਪਰ ਸੁਰਤ ਤੇਰੀ ਅਕਾਲ ਪੁਰਖ ਦੇ ਭਾਣੇ 'ਚ ਆਈ ਆ। ਤੇ ਉਹਦਾ ਭਾਣਾ ਕੀ ਆ? ਮਹਾਰਾਜ ਕਹਿੰਦੇ, ਤਿਸ ਭਾਣਾ ਤਾਂ ਸਭ ਫਲ ਪਾਏ। ਜੇ ਉਹਦਾ ਭਾਣਾ ਹੋਇਆ ਤੇ ਤੈਨੂੰ ਉਹ ਫਲ ਦੀ ਪ੍ਰਾਪਤੀ ਹੋ ਜੂਗੀ, ਪਰ ਤੇਰੀ ਸੁਰਤ ਉਸ ਭਾਣੇ ਦੇ ਵਿੱਚ ਆਉਣੀ ਚਾਹੀਦੀ ਆ। ਹੁਣ ਮਹਾਰਾਜ ਕਹਿੰਦੇ, ਸਿਰਫ ਉਹਦੇ ਭਾਣੇ ਵਿੱਚ ਫਲ ਨਹੀਂ ਮਿਲਦਾ, ਜਿਹੜੀਆਂ ਸਾਨੂੰ ਚਿੰਤਾ ਲੱਗੀਆਂ ਨੇ, ਜਿਹੜਾ ਚਿੰਤਾ ਦਾ ਰੋਗ ਆ, ਮਹਾਰਾਜ ਕਹਿੰਦੇ ਉਹ ਵੀ ਖਤਮ ਹੋ ਜਾਂਦਾ। ਤਾਂ ਹੀ ਮਹਾਰਾਜ ਕਹਿੰਦੇ, ਤਿਸ ਭਾਣਾ ਤਾਂ ਸਭ ਫਲ ਪਾਏ, ਚਿੰਤ ਗਈ ਲਗ ਸਤਿਗੁਰ ਪਾਏ। ਲਗ ਸਤਿਗੁਰ ਪਾਏ, ਵੀ ਸਤਿਗੁਰ ਦੇ ਪੈਰਾਂ 'ਚ ਆਪਾਂ ਡਿੱਗ ਪਏ।
सतगुर दे चरनां विच आपां ढह पए। हुण फिर ये ओह गल आ गई भी सतगुर दे चरण किहड़े आ? सतगुर दा नाम, क्योंकि सतगुर कोई शरीर नहीं, अकाल पुरख वो तां अपने आप तो बनिया होया एक प्रकाशमान परमात्मा आ, ते ओहदे चरण की आ? ओहदा नाम। महाराज कहंदे जदों सुरत ओहदे नाम नाल जुड़ गई, भाव के ओहदे चरनां 'च डिग पई, ते सतगुर कहंदे आ साडी चिंता भी लथ गई। किहड़ी चिंता? कि हाय मैं गरीब आ, वो चिंता खत्म हो गई, क्योंकि सुरत अमीरी गरीबी तो उठ गई। वो चिंता कि मैनू मौत तो डर लगदा किते मैं मर ना जावां, वो चिंता क्यों खत्म हो गई? क्योंकि सतगुर ने वो घर दिखा दिता जिथे जीव मरण तो बाद ਜਾਂਦਾ ਆ, ਤੇ ਜਿੱਥੇ ਜਾ ਕੇ ਇਹਨੂੰ ਜਮਾਂ ਵੱਲੋਂ ਸਜ਼ਾ ਦੇ ਕੇ ਤੇ ਦੂਸਰੇ ਘਰਾਂ 'ਚ ਭਾਵ ਕੇ ਦੂਜੇ ਸ਼ਰੀਰਾਂ 'ਚ ਭੇਜਿਆ ਜਾਂਦਾ। ਪਰ ਸਤਿਗੁਰ ਨੇ ਮੈਨੂੰ ਉਹ ਘਰ ਦਿਖਾ ਦਿੱਤਾ ਜਿੱਥੇ ਜਾ ਕੇ ਸਦੀਵ ਕਾਲ ਵਾਸਤੇ ਇਹ ਸੁਰਤ ਜਿਹੜੀ ਆ ਉਹਦੇ ਵਿੱਚ ਸਮਾ ਜਾਂਦੀ ਆ। ਤਾਂ ਹੀ ਮਹਾਰਾਜ ਕਹਿੰਦੇ ਚਿੰਤ ਗਈ, ਕਹਿੰਦੇ ਚਿੰਤਾ ਚਲੀ ਗਈ। ਕਿਵੇਂ? ਲੱਗ ਸਤਿਗੁਰ ਪਾਏ, ਉਹਦੇ ਪੈਰਾਂ ਉਹਦੇ ਚਰਨਾਂ ਨਾਲ ਸੁਰਤ ਜੋੜ ਕੇ ਮੇਰੀ ਚਿੰਤਾ ਖਤਮ ਹੋ ਗਈ। ਹੁਣ ਸਤਿਗੁਰ ਅੱਗੇ ਗੁਰਬਾਣੀ 'ਚ ਆਪਾਂ ਨੂੰ ਸਮਝਾਉਂਦੇ ਆ। ਮਹਾਰਾਜ ਕਹਿੰਦੇ ਜਿਹੜਾ ਪਾਰ ਬ੍ਰਹਮ ਵਾਹਿਗੁਰੂ ਹੈ ਨਾ, ਉਹ ਬਹੁਤ ਜ਼ਿਆਦਾ ਦਿਆਲ ਆ, ਇੰਨਾ ਦਿਆਲ ਆ ਕਿ ਆਪਣੇ ਦਾਸ ਦੇ ਉੱਪਰ ਜਿਹੜਾ ਉਹਦਾ ਦਾਸ ਬਣ ਜਾਂਦਾ ਆ, ਉਹਦੇ ਉੱਪਰ ਉਹ ਨਿਹਾਲ ਹੋ ਜਾਂਦਾ, ਖੁਸ਼ ਹੋ ਜਾਂਦਾ। ਤਾਂ ਹੀ ਮਹਾਰਾਜ ਕਹਿੰਦੇ ਪਾਰ ਬ੍ਰਹਮ ਗੁਰ ਭਏ ਦਿਆਲਾ, ਨਾਨਕ ਦਾਸ ਦੇਖ ਭਏ ਨਿਹਾਲਾ। ਹੁਣ ਮਹਾਰਾਜ ਕਹਿੰਦੇ ਆ ਵੀ ਉਹ ਪਰਮਾਤਮਾ ਸਤਿਗੁਰ ਜਿਹੜਾ ਆ ਉਹ ਕਿਸੇ ਦਾ ਮੁਹਤਾਜ ਨਹੀਂ। ਪਰ ਆਪਾਂ ਸੋਚੀਏ ਵੀ ਆਪਾਂ ਕਿਸੇ ਦੇ ਮੁਹਤਾਜ ਹੈਗੇ ਆ। ਹੁਣ ਸਾਡੇ ਵਿੱਚੋਂ ਬਹੁਤਿਆਂ ਨੇ ਕਹਿਣਾ ਵੀ ਅਸੀਂ ਕਿਸੇ ਦੇ ਮੁਹਤਾਜ ਨਹੀਂ, ਸਾਡਾ ਤੇ ਕਾਰੋਬਾਰ ਵਧੀਆ ਚੱਲਦਾ, ਸਾਡੇ ਕੋਲ ਧਨ ਦੌਲਤ ਵੀ ਹੈਗਾ, ਸਾਰੀਆਂ ਸਹੂਲਤਾਂ ਹੈਗੀਆਂ, ਪਰ ਆਪਾਂ ਕਿਸੇ ਦੇ ਮੁਹਤਾਜ ਨਹੀਂ। ਪਰ ਇੱਥੇ ਸਰੀਰਕ ਰੂਪ ਵਿੱਚ ਮੁਹਤਾਜ ਹੋਣ ਦੀ ਗੱਲ ਨਹੀਂ ਕੀਤੀ, ਇੱਥੇ ਮਨ ਰੂਪੀ ਮੁਹਤਾਜ ਹੋਣ ਦੀ ਗੱਲ ਕੀਤੀ ਆ। ਤੇ ਮਨ ਤੇ ਸਾਡਾ ਮੁਹਤਾਜ ਆ, ਭਿਖਾਰੀ ਆ। ਇਹ ਪਈਆਂ ਦੇ ਕੋਲੋਂ ਕਦੀ ਕਾਮ ਕੋਲੋਂ ਭੀਖ ਮੰਗਦਾ ਵੀ ਕਾਮ ਦੀਆਂ ਵਾਸ਼ਨਾਵਾਂ ਮੈਨੂੰ ਦੇਈ ਜਾ, ਆਨੰਦ ਆਈ ਜਾ। ਕਦੀ ਕ੍ਰੋਧ ਦੀਆਂ, ਲੋਭ ਦੀਆਂ, ਮੋਹ ਦੀਆਂ, ਹੰਕਾਰ ਦੀਆਂ ਵਾਸ਼ਨਾਵਾਂ, ਨਿੰਦਿਆ, ਚੁਗਲੀ, ਈਰਖਾ, ਵੈਰ ਵਿਰੋਧ, ਇਹ ਮੁਹਤਾਜ ਬਣ ਗਿਆ ਇਹਨਾਂ ਪੰਜਾਂ ਦਾ। ਪਰ ਕਿੱਥੇ ਇਹਨੂੰ ਮਾਲਕ ਨੇ ਰਾਜਾ ਬਣਾਇਆ ਸੀ। ਕਾਇਆ ਨਗਰੀ ਇਹ ਮਨ ਰਾਜਾ, ਪੰਚ ਬਸੇ ਵਿਚਾਰੀ। ਹੁਣ ਮਹਾਰਾਜ ਕਹਿੰਦੇ ਇਹ ਰਾਜਾ ਭਿਖਾਰੀ ਹੋ ਗਿਆ ਤੇ ਇਹ ਪੰਜਾਂ ਦਾ ਮੁਹਤਾਜ ਬਣ ਗਿਆ। ਪਰ ਜਿਹੜਾ ਸਤਿਗੁਰ ਆ ਉਹ ਕਿਸੇ ਦਾ ਮੁਹਤਾਜ ਨਹੀਂ। ਤਾਂ ਹੀ ਮਹਾਰਾਜ ਕਹਿੰਦੇ ਸਤਿਗੁਰ ਮੇਰਾ ਬੇਮੁਹਤਾਜ, ਸਤਿਗੁਰ ਮੇਰੇ ਸੱਚਾ ਸਾਜ। ਕਿਉਂਕਿ ਜਿਹੜਾ ਸਤਿਗੁਰ ਮੁਹਤਾਜ ਕਿਉਂ ਨਹੀਂ? ਕਿਉਂਕਿ ਉਹ ਤੇ ਆਪ ਸਾਰਾ ਕੁਝ ਦਿੰਦਾ ਆ। ਹੁਣ ਇੱਥੇ ਆਪਾਂ ਕਈ ਵਾਰ ਜਦੋਂ ਦਸਵੰਧ ਕੱਢਦੇ ਆ ਨਾ, ਕਿਤੇ ਕਣਕ ਚੜਾਉਂਦੇ ਆ, ਚੌਲ, ਆਟਾ, ਗੁੜ, ਸ਼ੱਕਰ, ਖੰਡ, ਘਿਓ, ਕੱਪੜੇ, ਵਸਤਰ, ਕੋਈ ਵੀ ਚੀਜ਼ ਚੜਾਉਂਦੇ ਆ, ਉੱਥੇ ਸਾਡੀ ਹਉਮੈ ਆ ਜਾਂਦੀ, ਹੰਕਾਰ ਆਉਂਦਾ। ਹੰਕਾਰ ਕਿਹੜੀ ਗੱਲ ਦਾ ਆਉਂਦਾ ਆ? ਵੀ ਇਹ ਚੀਜ਼ ਮੈਂ ਚੜਾਈ, ਮੈਂ ਦਾਨ ਦਿੱਤਾ, ਮੈਂ ਦਸਵੰਧ ਦਿੱਤਾ। ਪਰ ਕਦੀ ਕਿਤੇ ਮਨ ਨੇ ਸੋਚਿਆ ਨਹੀਂ ਵੀ ਤੈਨੂੰ ਕਿਹਨੇ ਦਿੱਤਾ? ਤੈਨੂੰ ਵੀ ਅਕਾਲ ਪੁਰਖ ਨੇ ਦਿੱਤਾ। ਫਿਰ ਅਕਾਲ ਪੁਰਖ ਦੀ ਦਿੱਤੀ ਹੋਈ ਚੀਜ਼ ਤੂੰ ਅਕਾਲ ਪੁਰਖ ਨੂੰ ਹੀ ਦੇ ਕੇ ਕਹਿੰਦਾ ਮੈਂ ਦਸਵੰਧ ਦਿੱਤਾ। ਨਹੀਂ, ਉਹਦੀ ਮਰਜ਼ੀ ਤੇ ਤੇਰੀ ਪੱਕੀ ਫਸਲ ਦੇ ਉੱਪਰ ਗੜੇ ਪਾ ਕੇ ਉਹ ਖਰਾਬ ਕਰ ਦੇ। ਉਹਦੀ ਮਰਜ਼ੀ ਭਾਵੇਂ ਖੜੀ ਕਣਕ ਤੇ ਹੀ ਅਗਨ ਲਾ ਕੇ ਉਹ ਸਵਾਹ ਕਰ ਦੇ, ਫਿਰ ਤੂੰ ਉਹਨੂੰ ਕਿੱਥੋਂ ਦੇਂਗਾ? ਤੂੰ ਅਰਪਣ ਕੀਤਾ, ਪਰ ਉਹਦੀ ਚੀਜ਼ ਬਖਸ਼ਿਸ਼ ਕੀਤੀ ਹੋਈ ਤੂੰ ਉਹਨੂੰ ਅਰਪਣ ਕਰਤੀ, ਤੂੰ ਆਪਣੇ ਕੋਲੋਂ ਕੁਛ ਵੀ ਨਹੀਂ ਦਿੱਤਾ। ਤਾਂ ਹੀ ਮਹਾਰਾਜ ਗੁਰਬਾਣੀ ਕਹਿੰਦੇ ਸਤਿਗੁਰ ਮੇਰਾ ਸਬਸ ਕਾ ਦਾਤਾ। ਉਹ ਤੇ ਦਾਤਾਂ ਦੇਣ ਵਾਲਾ ਆ, ਉਹ ਪਰਮਾਤਮਾ ਆ, ਅਕਾਲ ਪੁਰਖ ਵਾਹਿਗੁਰੂ। ਫਿਰ ਤੂੰ ਹੰਕਾਰ ਵਿੱਚ ਕਿਉਂ ਆ ਗਿਆ ਕਿ ਮੈਂ ਤੇ ਅੱਜ ਆਹ ਚੜਾਵਾ ਚੜਾਇਆ ਗੁਰੂ ਘਰ, ਮੈਂ ਤੇ ਗੁਰੂ ਨੂੰ ਆਹ ਦੇ ਕੇ ਦਿੱਤਾ, ਮੈਂ ਤੇ ਗੁਰੂ ਨੂੰ ਆਹ ਬਖਸ਼ਿਸ਼ ਕੀਤਾ, ਆਹ ਅਰਪਣ ਕੀਤਾ। ਨਹੀਂ, ਜੇ ਤੂੰ ਕੁਛ ਗੁਰੂ ਨੂੰ ਅਰਪਣ ਕਰਨਾ ਤੇ ਆਪਣਾ ਹੰਕਾਰ ਅਰਪਣ ਕਰ ਦੇ, ਆਪਣੀ ਹਉਮੈ ਅਰਪਣ ਕਰ ਦੇ, ਮੈਂ ਮੇਰੀ ਅਰਪਣ ਕਰ ਦੇ। ਬਾਕੀ ਤੂੰ ਗੁਰੂ ਨੂੰ ਕੁਛ ਵੀ ਅਰਪਣ ਕਰਨ ਜੋਗਾ ਨਹੀਂ। ਸਤਿਗੁਰ ਤਾਈਓ ਕਹਿੰਦੇ ਆ ਸਤਿਗੁਰ ਮੇਰਾ ਸਬਸ ਕਾ ਦਾਤਾ, ਸਤਿਗੁਰ ਮੇਰਾ ਪੁਰਖ ਵਿਧਾਤਾ। ਕਿਉਂ? ਕਿਉਂਕਿ ਅਸੀਂ ਦੇਖੋ ਆਪਾਂ ਸੰਸਾਰ ਵਿੱਚ ਪੂਜਾ ਕਰਦੇ ਹਾਂ। ਕੋਈ ਦੇਵੀ ਦੇਵਤਿਆਂ ਦੀ ਪੂਜਾ ਕਰਦਾ, ਕੋਈ ਦਰਖਤਾਂ ਦੀ ਪੂਜਾ ਕਰਦਾ, ਕੋਈ ਮੜੀਆਂ ਮਸਾਣਾ ਕਬਰਾਂ ਦੀ ਪੂਜਾ ਕਰਦਾ। ਪਰ ਮਹਾਰਾਜ ਗੁਰਬਾਣੀ ਵਿੱਚ ਸਮਝਾਉਂਦੇ ਆ, ਮਹਾਰਾਜ ਕਹਿੰਦੇ ਗੁਰੂ ਵਰਗਾ ਕੋਈ ਦੇਵਤਾ ਹੈ ਹੀ ਨਹੀਂ, ਉਸ ਅਕਾਲ ਪੁਰਖ ਵਰਗਾ ਕੋਈ ਦੇਵਤਾ ਨਹੀਂ। ਤਾਂ ਹੀ ਮਹਾਰਾਜ ਕਹਿੰਦੇ ਗੁਰ ਜੈਸਾ ਨਾ ਹੀ ਕੋ ਦੇਵ, ਜਿਸ ਮਸਤਕ ਭਾਗ ਸੋ ਲਾਗਾ ਸੇਵ। ਪਰ ਉਸ ਅਕਾਲ ਪੁਰਖ ਦੇਵਤੇ ਦੀ ਸੇਵਾ ਕਰਨੀ ਕੋਈ ਸੌਖੀ ਨਹੀਂ।
ਹੁਣ ਸੇਵਾ ਕਰਦਾ ਕੌਣ ਹੈ? ਜਿਸ ਮਸਤਕ ਭਾਗ। ਹੁਣ ਵੱਡੇ ਭਾਗ ਕਿਹਦੇ ਹੁੰਦੇ ਆ? ਵੱਡੇ ਭਾਗ ਉਹਦੇ ਹੁੰਦੇ ਆ ਜਿਹੜਾ ਗੁਰਮੁਖ ਸਿਮਰਨ ਨਾਮ ਤੇ ਸਤ ਸੰਗਤ ਵਿੱਚ ਆ ਜਾਂਦਾ, ਜਿੱਥੇ ਨਾਮ ਜਪਿਆ ਜਾਂਦਾ, ਜਿੱਥੇ ਗੁਰਬਾਣੀ ਦੁਆਰਾ ਅਕਾਲ ਪੁਰਖ ਦੇ ਮਿਲਾਪ ਦੀ ਗੱਲ ਸਮਝਾਈ ਜਾਂਦੀ। ਕਿਉਂਕਿ ਇਹੋ ਜੀ ਸੰਗਤ ਵਿੱਚ ਬਿਨਾਂ ਭਾਗਾਂ ਤੋਂ ਨਹੀਂ ਆਇਆ ਜਾਂਦਾ। ਤੇ ਆਪਾਂ ਸਤਿਗੁਰਾਂ ਦੇ ਪਾਵਨ ਬਚਨ ਪੜ੍ਹਦੇ ਵੀ ਹਾਂ। ਮਹਾਰਾਜ ਗੁਰਬਾਣੀ 'ਚ ਆਪਾਂ ਨੂੰ ਸਮਝਾਉਣਾ ਕਰਦੇ ਆ ਨਾ ਕਿ ਬਿਨ ਭਾਗਾਂ ਸਤ ਸੰਗ ਨਾ ਲੱਭੈ, ਬਿਨ ਸੰਗਤ ਮੈਲ ਭਰੀਜੇ ਜੀਓ। ਭਾਗਾਂ ਤੋਂ ਬਗੈਰ ਇਹੋ ਜੀ ਸੰਗਤ ਨਹੀਂ ਲੱਭਦੀ। ਤੇ ਇਹੋ ਜੀ ਸੰਗਤ ਵਿੱਚ ਆ ਕੇ ਆਪਾਂ ਸਤਿਗੁਰ ਦੀ ਸੇਵਾ ਕਰਦੇ ਹਾਂ। ਸਤਿਗੁਰ ਦੀ ਸੇਵਾ ਕੀ ਆ? ਸਿਮਰਨ ਕਰਨਾ। ਕਿਉਂਕਿ ਸਤਿਗੁਰ ਨੂੰ ਕਿਸੇ ਹੋਰ ਚੀਜ਼ ਦੀ ਲੋੜ ਨਹੀਂ, ਉਹ ਕਿਸੇ ਚੀਜ਼ ਦਾ ਮੁਹਤਾਜ ਨਹੀਂ ਕਿ ਅਸੀਂ ਉਹਦੀ ਸੇਵਾ ਕਰ ਸਕੀਏ। ਉਹਦੀ ਸਭ ਤੋਂ ਵੱਡੀ ਸੇਵਾ ਆ ਸਾਡਾ ਸਿਮਰਨ, ਸਾਡਾ ਨਾਮ ਜਪਣਾ, ਸਾਡਾ ਗੁਰਮੰਤਰ ਪੜ੍ਹਨਾ ਜਪਣਾ। ਹੁਣ ਆਪਾਂ ਦੇਖੀਏ ਆਪਣੇ ਵਿੱਚੋਂ ਕਿੰਨੇ ਕੁ ਅਸੀਂ ਸਤਿਗੁਰ ਦੀ ਸੇਵਾ ਕਰਦੇ ਹਾਂ। ਅਸੀਂ ਤੇ ਦੁਨਿਆਵੀ ਵਸਤੂਆਂ ਚੜ੍ਹਾ ਕੇ ਕਹਿੰਦੇ ਵੀ ਅਸੀਂ ਗੁਰੂ ਘਰ ਸੇਵਾ ਕਰਕੇ ਆਏ, ਪਰ ਮਹਾਰਾਜ ਕਹਿੰਦੇ ਨਹੀਂ, ਸਭ ਤੋਂ ਵੱਡੀ ਸੇਵਾ ਆ ਨਾਮ ਜਪਣਾ, ਸਿਮਰਨ ਕਰਨਾ। ਤਾਂ ਹੀ ਮਹਾਰਾਜ ਕਹਿੰਦੇ ਆ ਪਰ ਇਹ ਕੋਈ ਕਰਦਾ ਵਾ ਜਿਹਦੇ ਮਸਤਕ ਦੇ ਭਾਗ ਪਰਮਾਤਮਾ ਨੇ ਚੰਗੇ ਲਿਖੇ ਹੋਣ। ਸਿਮਰਨ ਦੀ ਸੇਵਾ ਕੋਈ ਕਰ ਸਕਦਾ। ਤਾਂ ਹੀ ਮਹਾਰਾਜ ਕਹਿੰਦੇ ਆ ਗੁਰ ਜੈਸਾ ਨਾ ਹੀ ਕੋ ਦੇਵ, ਜਿਸ ਮਸਤਕ ਭਾਗ ਸੋ ਲਾਗਾ ਸੇਵ। ਸਤਿਗੁਰ ਦੀ ਸੇਵਾ ਕਰਨੀ ਕਿਤੇ ਸੌਖੀ ਥੋੜ੍ਹੀ ਆ। ਸਤਿਗੁਰ ਤਾਂ ਹੀ ਗੁਰਬਾਣੀ 'ਚ ਅੱਗੇ ਸਮਝਾਉਂਦੇ। ਹੁਣ ਮਹਾਰਾਜ ਕਹਿੰਦੇ ਆ ਉਹ ਸਤਿਗੁਰ ਆ, ਉਹ ਕਿਹੜਾ ਸਤਿਗੁਰ ਆ? ਜਿਹੜਾ ਮੇਰੀ ਪ੍ਰਤਪਾਲਣਾ ਕਰ ਰਿਹਾ। ਹੁਣ ਇੱਥੇ ਤੇ ਸਾਡਾ ਹੰਕਾਰ ਆ ਵੀ ਸਤਿਗੁਰ ਸਾਡੀ ਪ੍ਰਤਪਾਲਣਾ ਕਿਵੇਂ ਕਰਦਾ? ਕਮਾਉਣਾ ਮੈਂ ਖੁਦ ਆ, ਕੰਮ ਤੇ ਮੈਂ ਜਾਂਦਾ, ਸਾਰਾ ਰਾਸ਼ਨ ਪਾਣੀ ਪਦਾਰਥ ਮੈਂ ਲਿਆਉਣਾ, ਕਮਾਈ ਮੈਂ ਕਰਦਾ, ਤੇ ਸਤਿਗੁਰ ਮੇਰੀ ਪ੍ਰਤਪਾਲਣਾ ਕਿਵੇਂ ਕਰਦਾ? ਹੁਣ ਮਹਾਰਾਜ ਕਹਿੰਦੇ ਆ ਵੀ ਸਤਿਗੁਰ ਤੇਰੀ ਪ੍ਰਤਪਾਲਣਾ ਤੈਨੂੰ ਸਵਾਸ ਦੇ ਕੇ ਕਰਦਾ ਆ। ਕਿਉਂਕਿ ਜੇ ਤੇਰਾ ਸਵਾਸ ਰੋਕ ਦਿੱਤਾ, ਪੌਣ ਰੋਕ ਦਿੱਤੀ ਤੈਨੂੰ ਆਉਂਦੀ ਜਾਂਦੀ, ਤੇ ਤੇਰਾ ਇਹੋ ਹੀ ਸਰੀਰ ਢਹਿ ਢੇਰੀ ਆ, ਅੰਗ ਪੈਰ ਸਾਰੇ ਉਸੇ ਤਰ੍ਹਾਂ ਹੋਣਗੇ, ਪਰ ਤੂੰ ਉੱਠ ਕੇ ਕਿਰਤ ਕਮਾਈ ਨਹੀਂ ਕਰ ਸਕਦਾ ਜੇ ਸਤਿਗੁਰ ਤੈਨੂੰ ਸਵਾਸ ਦੇ ਕੇ ਤੇਰੀ ਪ੍ਰਤਪਾਲਣਾ ਨਹੀਂ ਕਰਦਾ। ਤਾਂ ਹੀ ਮਹਾਰਾਜ ਕਹਿੰਦੇ ਸਤਿਗੁਰ ਮੇਰਾ ਸਰਬ ਪ੍ਰਤਪਾਲੈ। ਸਿਰਫ ਮੇਰੀ ਇਕੱਲੇ ਦੀ ਨਹੀਂ, ਮਹਾਰਾਜ ਕਹਿੰਦੇ ਸਰਬ ਦਾ ਮਤਲਬ ਸਾਰੀ ਸ੍ਰਿਸ਼ਟੀ, ਸਾਰੇ ਆਕਾਰਾਂ ਦੀ, ਸਾਰੇ ਖੰਡਾਂ ਬ੍ਰਹਿਮੰਡਾਂ ਦੀ ਉਹ ਪ੍ਰਤਪਾਲਣਾ ਕਰਦਾ ਆ। ਤਾਂ ਹੀ ਮਹਾਰਾਜ ਕਹਿੰਦੇ ਆ ਸਤਿਗੁਰ ਮੇਰਾ ਸਰਬ ਪ੍ਰਤਪਾਲੈ, ਸਤਿਗੁਰ ਮੇਰਾ ਮਾਰ ਜੀਵਾਲੈ। ਹੁਣ ਉਹ ਜਿਹੜਾ ਅਕਾਲ ਪੁਰਖ ਆ ਉਹਦੇ ਕੋਲ ਇੰਨੀ ਵੱਡੀ ਸ਼ਕਤੀ ਵੀ ਆ, ਏਡੀ ਵੱਡੀ ਉਹ ਕਰਾਮਾਤ ਵੀ ਆ ਪਰਮਾਤਮਾ ਦੀ ਆਪਣੀ, ਮਾਰ ਜੀਵਾਲੈ। ਹੁਣ ਮਾਰ ਜੀਵਾਲੇ ਦਾ ਇੱਥੇ ਮਤਲਬ ਕੀ ਆਉਂਦਾ? ਆਪਾਂ ਸੋਚਦੇ ਹਾਂ ਵੀ ਸ਼ਾਇਦ ਕਿਸੇ ਨੂੰ ਸਰੀਰਕ ਰੂਪ ਵਿੱਚ ਮੌਤ ਆ ਜਾਂਦੀ ਆ ਤੇ ਮੁੜ ਕੇ ਸਤਿਗੁਰੂ ਨੂੰ ਆਪਣੀ ਸ਼ਕਤੀ ਦੇ ਨਾਲ ਜਿੰਦਾ ਕਰ ਦਿੰਦਾ। ਹੁਣ ਸਾਡੇ ਮਨ ਵਿੱਚ ਇਹ ਵਿਚਾਰ ਚੱਲਦਾ, ਪਰ ਇੱਥੇ ਸਰੀਰ ਦੇ ਮੌਤ ਦੀ ਗੱਲ ਨਹੀਂ ਕੀਤੀ। ਇੱਥੇ ਸਤਿਗੁਰਾਂ ਨੇ ਗੁਰਬਾਣੀ ਵਿੱਚ ਮਨ ਦੇ ਮਰਨ ਦੀ ਗੱਲ ਕੀਤੀ ਆ। ਕਿਉਂ? ਕਿਉਂਕਿ ਜਦੋਂ ਅਭਿਆਸ ਕਰਦੇ ਹੋਏ ਜਿੰਨਾ ਚਿਰ ਮਨ ਮਰ ਨਹੀਂ ਜਾਂਦਾ, ਓਨਾ ਚਿਰ ਇਹਦਾ ਗੁਰੂ ਦੇ ਘਰ ਦੁਬਾਰਾ ਜਨਮ ਹੁੰਦਾ ਨਹੀਂ, ਪਰਮਾਤਮਾ ਨੂੰ ਜਿਉਂਦੇ ਨਹੀਂ ਕਰਦਾ। ਜਿਹਨੂੰ ਮਹਾਰਾਜ ਗੁਰਬਾਣੀ 'ਚ ਕਹਿੰਦੇ ਆ ਗੁਰ ਕੈ ਜਨਮੈ ਗਵਨ ਮਿਟਾਇਆ। ਤਾਂ ਹੀ ਮਹਾਰਾਜ ਕਹਿੰਦੇ ਸਤਿਗੁਰ ਮੇਰਾ ਮਾਰ ਜੀਵਾਲੈ। ਹੁਣ ਮਹਾਰਾਜ ਕਹਿੰਦੇ ਆ ਕਿ ਮੇਰੇ ਸਤਿਗੁਰ ਦੀ ਏਡੀ ਵੱਡੀ ਵਡਿਆਈ ਆ। ਕਿਹੜਾ ਸਤਿਗੁਰੂ? ਜਿਹੜਾ ਸਾਰੀਆਂ ਥਾਵਾਂ ਤੇ ਪ੍ਰਗਟ ਆ, ਉਹ ਕਿਤੇ ਗੁਪਤ ਨਹੀਂ ਆ। ਹਾਂ, ਉਹ ਵੱਖਰੀ ਗੱਲ ਆ ਕਿ ਜਿਵੇਂ ਆਪਾਂ ਵਿਚਾਰ ਕਰ ਰਹੇ ਹਾਂ ਕਿ ਸਾਨੂੰ ਸਾਡਾ ਸਤਿਗੁਰ ਦਿਖਦਾ ਨਹੀਂ, ਜਿਹੜਾ ਸਾਨੂੰ ਸਵਾਸ ਦੇ ਰਿਹਾ ਅਕਾਲ ਪੁਰਖ ਦਿਖਦਾ ਨਹੀਂ, ਪਰ ਉਹ ਤਾਂ ਸਭਨਾਂ ਥਾਵਾਂ ਦੇ ਉੱਪਰ ਪ੍ਰਗਟ ਹੋ ਗਿਆ। ਐਡੀ ਵੱਡੀ ਅਕਾਲ ਪੁਰਖ ਦੀ ਵਡਿਆਈ ਆ, ਖੰਡਾਂ ਬ੍ਰਹਿਮੰਡਾਂ ਵਿੱਚ ਪ੍ਰਗਟ ਆ। ਤਾਂ ਹੀ ਮਹਾਰਾਜ ਕਹਿੰਦੇ ਆ ਸਤਿਗੁਰ ਮੇਰੇ ਕੀ ਵਡਿਆਈ, ਪ੍ਰਗਟ ਭਈ ਹੈ ਸਭਨੀ ਥਾਈ। ਐਸੇ ਸਤਿਗੁਰ ਦੀ ਵਡਿਆਈ ਹੈ ਜਿਹੜੀ ਹਰ ਇੱਕ ਜਗ੍ਹਾ ਤੇ ਪਰਮਾਤਮਾ ਪ੍ਰਗਟ ਹੋ ਗਿਆ। ਤਾਂ ਹੀ ਮਹਾਰਾਜ ਅੱਗੇ ਸਮਝਾਉਂਦੇ ਆ, ਮਹਾਰਾਜ ਕਹਿੰਦੇ ਆ ਸਤਿਗੁਰ ਮੇਰਾ ਤਾਣ ਨਿਤਾਣ, ਸਤਿਗੁਰ ਮੇਰਾ ਘਰ ਦੀ ਬਾਣ। ਉਹ ਸਤਿਗੁਰੂ ਸਾਡੇ ਨਿਮਾਣਿਆਂ ਦਾ ਮਾਣ ਆ। ਹੁਣ ਅਸੀਂ ਦੁਨੀਆ ਦੇ ਵਿੱਚ ਝੂਠਾ ਮਾਣ ਸਨਮਾਨ ਚਾਹੁੰਦੇ ਹਾਂ ਵੀ ਮੇਰੀ ਕਿਸੇ ਵੱਡੇ ਅਹੁਦੇ ਵਾਲੇ ਦੇ ਨਾਲ ਦੋਸਤੀ ਪੈ ਜਾਵੇ, ਤਾਂ ਕਿ ਜਿੱਥੇ ਉਹ ਜਾਵੇ ਮੇਰੀ ਵੀ ਸਿਫਤ ਹੋਵੇ। ਜਿਸ ਮਹਿਫਲ ਦੇ ਵਿੱਚ, ਜਿਸ ਜਗ੍ਹਾ ਤੇ 4 ਜਣੇ ਇਕੱਠੇ ਹੋਣ ਤੇ ਮੇਰੀ ਵਾਹ ਵਾਹ ਹੋਵੇ। ਅਸੀਂ ਇਹ ਦੁਨੀਆ ਦੀ ਝੂਠੀ ਵਾਹ ਵਾਹ ਭਾਲਦੇ ਹਾਂ, ਪਰ ਮਹਾਰਾਜ ਕਹਿੰਦੇ ਆ ਸਭ ਤੋਂ ਵੱਡਾ ਜੇ ਮਾਣ ਤੁਸੀਂ ਪ੍ਰਾਪਤ ਕਰਨਾ ਤੇ ਸਤਿਗੁਰੂ ਦੇ ਕੋਲੋਂ ਮਾਣ ਪ੍ਰਾਪਤ ਕਰੋ।
क्योंकि दुनिया का मान सन्मान ये झूठा आ, ये शरीर तक सीमित आ। जिन्ना चिर तुहाडा ये शरीर ये देही दुनिया च है, हो सकदा तुहाडा मान सन्मान हुंदा होवे, पर सतगुर दी नज़र दे विच ये सन्मान नहीं। तां ही महाराज कहंदे सतगुर मेरा ताण निताण, सतगुर मेरा घर दी बाण। हुण सतगुरु गुरबाणी च आपां नूं समझाउंदे आ, महाराज कहंदे जिहड़ा इहो जिहा सतगुर आ, मैं ओहदे तों बलिहारी जांदा आ। उस परमात्मा अकाल पुरख तो मैं बलिहार जांदा। क्यों? क्योंकि सतगुर कह हों सद बल जाया, सदा मैं बलिहार जांदा। जिन्ने ये सृष्टि की रचना की, जिन्ने सृष्टि की रचना करके 84 लाख जून नूं पैदा किया, ते 84 लाख जून नूं ओ अपनी अपनी जगह ते रिजक पहुँचा रहा। हुण 84 लाख जून नूं चिंता नहीं, चिंता केवल मनुख जून विच आके हुंदी आ, दूसरे किसी जीव नूं चिंता नहीं। उन्हां नूं पता आ, ਉਹ ਇੰਨੀ ਸਹਿਜ ਵਿੱਚ ਵਿਚਰਦੇ ਆ ਕਿ ਉਹਨਾਂ ਨੂੰ ਪਤਾ ਕਿ ਪਰਮਾਤਮਾ ਨੇ ਜੇ ਸਾਨੂੰ ਦੁਨੀਆ 'ਤੇ ਭੇਜਿਆ ਤੇ ਸਾਡੀ ਖੁਰਾਕ ਦਾ ਇੰਤਜ਼ਾਮ ਵੀ ਉਹਨੇ ਕੀਤਾ। ਤਾਂ ਹੀ ਮਹਾਰਾਜ ਕਹਿੰਦੇ ਆ ਸਤਿਗੁਰ ਕਹਿ ਹੋਂ ਸਦ ਬਲ ਜਾਇਆ, ਪ੍ਰਗਟ ਮਾਰਗ ਜਿਨ ਕਰ ਦਿਖਲਾਇਆ। ਜਿਨਨੇ ਮੈਨੂੰ ਪ੍ਰਗਟ ਹੋ ਕੇ ਉਹ ਮਾਰਗ ਦਿਖਾ ਦਿੱਤਾ, ਜਿਹੜਾ ਪਰਮਾਤਮਾ ਦੇ ਅਕਾਲ ਪੁਰਖ ਦੇ ਆਪਣੇ ਮਿਲਾਪ ਦਾ ਮਾਰਗ ਸੀ। ਹੁਣ सतगुरु गुरबाणी च आपां नूं समझाउंदे आ भी जिन्ने गुरु की सेवा कर ली, जिन्ने अकाल पुरख की सेवा कर ली ना, महाराज कहंदे आ ओनू कदी भी चिंता दुख ये व्यापदा नहीं, ये सताउंदा नहीं। तां ही महाराज कहंदे जिन गुर सेविया तिस भौ ना व्यापै, ओनू डर नहीं रहिंदा किसी चीज़ का, ओहदा डर खत्म हो जांदा। क्योंकि जिवें आपां पहिलों विचार कीती आ भी सब तो वड्डा डर आ सानू मौत दा। ਤਾਂ ਹੀ ਤਾਂ ਥੋੜ੍ਹਾ ਜਿਹਾ ਕਿਸੇ ਕੋਲ ਹੁੰਦਾ ਤੇ ਆਪਾਂ ਮੌਤ ਤੋਂ ਡਰ ਜਾਂਦੇ ਆ। ਜੇ ਆਪਣਾ ਧਿਆਨ ਆਪਣੇ ਪਰਿਵਾਰ 'ਚ ਰਹਿੰਦਾ ਆ ਵੀ ਹਾਏ ਹੁਣ ਵੀ ਨਾ ਕਿਸੇ ਨੂੰ ਕੁਛ ਹੋ ਜੇ, ਹੁਣ ਵੀ ਨਾ ਕਿਸੇ ਨੂੰ ਕੁਛ ਹੋ ਜੇ। ਕਿਉਂ? ਕਿਉਂਕਿ ਸਾਡੀ ਸੁਰਤ ਨੇ ਅਜੇ ਉਨੀ ਕਮਾਈ ਨਹੀਂ ਕੀਤੀ ਕਿ ਸਾਡੀ ਸੁਰਤ ਇਸ ਮੌਤ ਦੇ ਭੈ ਤੋਂ ਉੱਪਰ ਉੱਠ ਜਾਵੇ। ਤਾਂ ਹੀ ਮਹਾਰਾਜ ਗੁਰਬਾਣੀ 'ਚ ਕਹਿੰਦੇ ਆ ਜਿਨਨੇ ਗੁਰੂ ਦੀ ਸੇਵਾ ਕਰ ਲਈ, जिन्ने सुरत करके अपने आप नूं अकाल पुरख दे नाल जोड़ लिया, महाराज कहंदे आ ओनू फिर किसी चीज़ का कोई डर सता नहीं सकता। तां ही पातशाह कहंदे जिन गुर सेविया तिस भौ ना व्यापै, जिन गुर सेविया तिस दुख ना संतापै। दुख केड़ा? सब तो वड्डा दुख आ जम्मण ते मरण दा, दुनिया च आउण जाण दा जिहड़ा सानू सारे लोकां नूं दुख लगा होया। महाराज कहंदे मुड़ के वो दुख नहीं सताउंदा। जिन गुर सेविया तिस दुख ना संतापै। हुण सतगुरु गुरबाणी च आपां नूं कहिंदे आ कि दुनियावी रूप विच आपां किसी गुरमुख दा संग करदे आ, उस गुरमुख नूं आपां गुरु दी पदवी दे दिंदे आ। गुरु ग्रंथ साहिब वाली पदवी नहीं, गुरु दी पदवी। जिवें आपां कॉलेज क्लास विच जाने आ, कॉलेज स्कूल यूनीवर्सिटी विच जाने आ, उत्थे पढ़ाउण वाला सानू दुनियावी विद्या देण वाला गुरु हुंदा आ। गुरु दा मतलब हुंदा जिहड़ा गुर सिखाउंदा, जिहड़ा गुण सिखाउंदा सानू। हुण पातशाह कहंदे आ कि दुनियावी रूप विच जिहड़ा संत साधु कोई गुरमुख हुंदा है ना, पातशाह कहंदे उस गुरमुख दे विच भाव कि उस गुरु विच ते पार ब्रह्म दे विच कोई भेत नहीं हुंदा, वो एक ही हुंदे आ। हुण आपां गुरबाणी च अगे भी सतगुरां दे पावन बचन पढ़दे आ कि संत राम महाराज कहंदे भी इक्को हुंदे आ। क्यों? क्योंकि जिहड़ा संत आ वो नाम जपाउंदा है ते उहदे नाम जपाउण करके जिहड़ा अकाल पुरख परमात्मा वो सानू मुक्त कर दिंदा। तां ही महाराज गुरबाणी च आपां नूं समझाउंदे आ ना, सतगुरु गुरबाणी च आपां नूं तां ही समझाउंदे नानक सोधे सिमरत बेद, पार ब्रह्म गुर नाही भेद। भाव के गुरु विच ते पार ब्रह्म दे विच कोई भी अंतर नहीं, वो एक ही हुंदे आ। क्योंकि सेवा को दोए भले, एक संत एक राम, राम जो दाता मुक्त को संत जपावै नाम। जे संत ने गुरमुख ने नाम जपाया तो फिर वो रम्या कण कण विच रम्या होया अकाल पुरख जिहड़ा ना, महाराज कहंदे फिर मुक्त कर दिंदा। तां ही महाराज आपां नूं समझाउंदे गुरबाणी विच, महाराज कहंदे आ भी आपां परमात्मा नूं मिल किवें सकदे हां। हुण आपां अकाल पुरख नूं मिलण वास्ते आए हां। आपां पढ़दे आ ना भई प्राप्त मनुख दे हुरिया गोबिंद मिलन की एह तेरी बरीआ। हुण आपां उस वाहिगुरू नूं किवें प्रगट कर सकदे हां?
ਕਿਵੇਂ ਆਪਾਂ ਉਹਨੂੰ ਮਿਲਾਪ ਕਰ ਸਕਦੇ ਹਾਂ? ਤੇ ਮਹਾਰਾਜ ਕਹਿੰਦੇ ਜਦੋਂ ਨਾਮ ਲਓਗੇ ਉਹਦਾ, ਜਦੋਂ ਨਾਮ ਜਪੋਗੇ, ਕਿਉਂਕਿ ਬੱਚਾ ਆ, ਬੱਚੇ ਨੂੰ ਕਿਸੇ ਪਦਾਰਥ ਦੀ ਭੁੱਖ ਲੱਗਦੀ ਆ ਤੇ ਬੱਚਾ ਮਾਂ ਨੂੰ ਮਾਂ ਕਹਿ ਕੇ ਆਵਾਜ਼ਾਂ ਮਾਰਦਾ ਤੇ ਮਾਂ ਪ੍ਰਗਟ ਹੋ ਜਾਂਦੀ, ਭਾਵ ਕਿ ਬੱਚੇ ਦੇ ਨੇੜੇ ਆ ਜਾਂਦੀ, ਉਹਦੀ ਗੱਲ ਸੁਣਦੀ ਆ। ਪਿਤਾ ਦੇ ਕੋਲੋਂ ਕਿਸੇ ਚੀਜ਼ ਦੀ ਲੋੜ ਆ ਤੇ ਬੱਚਾ ਆਪਣੇ ਪਿਤਾ ਨੂੰ ਪੁਕਾਰਦਾ, ਪਿਤਾ ਲਾਗੇ ਆ ਜਾਂਦਾ। ਇਸੇ ਤਰ੍ਹਾਂ ਮਹਾਰਾਜ ਕਹਿੰਦੇ ਜਦੋਂ ਤੁਸੀਂ ਉਹਦਾ ਨਾਮ ਜਪੋਗੇ ਤੇ ਪਾਤਸ਼ਾਹ ਕਹਿੰਦੇ ਨਾਮ ਲੈ ਕੇ ਹੀ ਉਹ ਪ੍ਰਗਟ ਹੋਏਗਾ। ਤਾਂ ਹੀ ਮਹਾਰਾਜ ਕਹਿੰਦੇ ਆ ਨਾਮ ਲੈਤ ਮਨ ਪ੍ਰਗਟ ਭਇਆ, ਨਾਮ ਲੈਤ ਪਾਪ ਤਨ ਤੇ ਗਿਆ। ਪਾਤਸ਼ਾਹ ਕਹਿੰਦੇ ਕੇਵਲ ਉਹ ਕੱਲਾ ਪ੍ਰਗਟ ਨਹੀਂ ਹੋਊਗਾ, ਨਾਮ ਜਪਣ ਦੇ ਨਾਲ, ਸਿਮਰਨ ਕਰਨ ਦੇ ਨਾਲ, ਅਭਿਆਸ ਕਰਨ ਦੇ ਨਾਲ ਪਾਤਸ਼ਾਹ ਕਹਿੰਦੇ ਤੁਹਾਡੇ ਜਿਹੜੇ ਦੁੱਖ ਨੇ, ਜਿਹੜੇ ਪਾਪ ਨੇ, ਹੁਣ ਪਾਪ ਕਿਹੜੇ ਆ? ਜਿਹਨੂੰ ਆਪਾਂ ਮੈਲ ਕਹਿ ਦਿੰਦੇ ਆ। ਜੋ ਸਤਿਗੁਰੂ ਦੇ ਪਾਵਨ ਆਪਾਂ ਬਚਨ ਪੜ੍ਹਦੇ ਆ ਨਾ ਕਿ ਜਨਮ ਜਨਮ ਕੀ ਇਸ ਮਨ ਕੋ ਮਲ ਲਾਗੀ, ਕਾਲਾ ਹੁਆ ਸਿਆਹੋ। ਉਹ ਮੈਲ ਜਿਹੜੀ ਆ ਉਹ ਪਾਪ ਆ, ਜਿਹਦਾ ਕਰਕੇ ਸਾਡੇ ਤੇ ਪਰਮਾਤਮਾ ਦੇ ਮਿਲਾਪ ਦੇ ਵਿੱਚ ਇੱਕ ਬਹੁਤ ਵੱਡਾ ਵਿਘਨ ਆ। ਤੇ ਮਹਾਰਾਜ ਕਹਿੰਦੇ ਜਦੋਂ ਨਾਮ ਲਓਗੇ ਤੇ ਸਤਿਗੁਰੂ ਗੁਰਬਾਣੀ 'ਚ ਐਸਾ ਸਮਝਾਉਂਦੇ ਆ, ਮਹਾਰਾਜ ਕਹਿੰਦੇ ਨਾਮ ਲੈਂਦਿਆਂ ਤੁਹਾਡੇ ਪਾਪ ਵੀ ਦੂਰ ਹੋ ਜਾਣਗੇ ਤੇ ਨਾਮ ਲੈਂਦਿਆਂ ਉਹ ਪਰਮਾਤਮਾ ਪ੍ਰਗਟ ਹੋ ਜਾਏਗਾ। ਤਾਂ ਹੀ ਮਹਾਰਾਜ ਕਹਿੰਦੇ ਨਾਮ ਲੈਤ ਮਨ ਪ੍ਰਗਟ ਭਇਆ, ਨਾਮ ਲੈਤ ਪਾਪ ਤਨ ਤੇ ਗਿਆ। ਹੁਣ ਸਤਿਗੁਰੂ ਗੁਰਬਾਣੀ 'ਚ ਨਾਮ ਜਪਣ ਦੇ ਨਾਲ ਕੀ ਕੀ ਹੁੰਦਾ ਆ ਉਹ ਸਾਰਾ ਕੁਝ ਦੱਸ ਰਿਹਾ। ਅਜੇ ਦੋ ਚੀਜ਼ਾਂ ਦੱਸੀਆਂ ਵੀ ਇੱਕ ਪਰਮਾਤਮਾ ਪ੍ਰਗਟ ਹੋ ਜਾਂਦਾ ਤੇ ਪਾਪ ਖਤਮ ਹੋ ਜਾਂਦੇ ਆ। ਅੱਗੇ ਅੱਗੇ ਸਤਿਗੁਰੂ ਕੀ ਕਹਿੰਦੇ ਆ ਵੀ ਨਾਮ ਜਪਣ ਦੇ ਨਾਲ ਕੀ ਹੁੰਦਾ ਆ। ਸਤਿਗੁਰੂ ਗੁਰਬਾਣੀ 'ਚ ਅੱਗੇ ਆਪਾਂ ਨੂੰ ਸਮਝਾਉਂਦੇ ਆ। ਮਹਾਰਾਜ ਕਹਿੰਦੇ ਨਾਮ ਲੈਤ ਸਗਲ ਪੁਰਬਾਇਆ, ਨਾਮ ਲੈਤ 68 ਮਜਨਾਇਆ। ਪਾਤਸ਼ਾਹ ਕਹਿੰਦੇ ਆ ਕਿ ਆਪਾਂ ਤੀਰਥਾਂ ਤੇ ਚਲੇ ਜਾਂਦੇ ਆ ਵੀ ਅਸੀਂ ਇਸ਼ਨਾਨ ਕਰਨ ਚੱਲੇ। ਹੁਣ ਉਸ ਇਸ਼ਨਾਨ ਕਰਨ ਦੇ ਨਾਲ ਸਾਡਾ ਤਨ ਧੋਤਾ ਜਾਂਦਾ ਪਰ ਮਨ ਤਾਂ ਨਹੀਂ ਧੋਤਾ ਜਾਂਦਾ, ਕਿਉਂਕਿ ਮਨ ਤੇ ਅੰਦਰ ਆ ਤੇ ਮਨ ਸੂਖਮ ਰੂਪ ਆ। ਉਹਨੂੰ ਕਿਸੇ ਪਾਣੀ ਦਾ ਅਸਰ ਨਹੀਂ ਹੁੰਦਾ, ਦੁਨਿਆਵੀ ਪਾਣੀ ਦਾ, ਦੁਨਿਆਵੀ ਜਲ ਦਾ ਅਸਰ ਨਹੀਂ ਹੁੰਦਾ ਉਹਦੇ ਉੱਪਰ। ਤਾਂ ਹੀ ਆਪਾਂ ਸਤਿਗੁਰਾਂ ਦੇ ਪਾਵਨ ਬਚਨ ਪੜ੍ਹਦੇ ਆ ਨਾ ਕਿ ਮੈਲ ਮਨ ਨੂੰ ਲੱਗੀ ਸੀ ਤੇ ਧੋਈ ਅਸੀਂ ਤਨ ਗਏ, ਸਰੀਰ ਧੋਈ ਗਏ। ਤੇ ਇਹ ਕੋਈ ਵਿਰਲਾ ਹੀ ਗੁਰਮੁਖ ਸਮਝ ਸਕਦਾ ਕਿ ਮਨ ਦੇ ਉੱਪਰ ਲੱਗੀ ਹੋਈ ਮੈਲ ਆਪਾਂ ਕਿਵੇਂ ਧੋਣੀ ਆ। ਤਾਂ ਹੀ ਪਾਤਸ਼ਾਹ ਮਹਾਰਾਜ ਗੁਰਬਾਣੀ 'ਚ ਕਹਿੰਦੇ ਮਨ ਮੈਲੇ ਤਾਂ ਸਭ ਕਿਛ ਮੈਲਾ, ਤਨ ਧੋਤੇ ਮਨ ਹਸ਼ਾ ਨਾ ਹੋਏ, ਇਹ ਜਗਤ ਭਰਮ ਭੁਲਾਇਆ, ਵਿਰਲਾ ਬੁੱਝੇ ਕੋਈ। ਭਰਮ ਮਤਲਬ ਸਾਰਾ ਸੰਸਾਰ ਭੁਲੇਖੇ 'ਚ ਤੁਰਿਆ ਫਿਰਦਾ ਆ ਪਰ ਕੋਈ ਵਿਰਲਾ ਹੀ ਬੁੱਝਦਾ ਆ। ਤਾਂ ਹੀ ਪਾਤਸ਼ਾਹ ਅੱਜ ਦੇ ਬਚਨਾਂ ਜੀ ਕਹਿੰਦੇ ਵੀ ਨਾਮ ਲੈਤ 68 ਮਜਨਾਇਆ, 68 ਤੀਰਥਾਂ ਦਾ ਇਸ਼ਨਾਨ ਸਾਡੇ ਸਿਮਰਨ ਕਰਨ ਦੇ ਨਾਲ ਸਾਡੀ ਸੁਰਤੀ ਦਾ ਇਸ਼ਨਾਨ ਹੋ ਜਾਂਦਾ। ਸਤਿਗੁਰੂ ਗੁਰਬਾਣੀ 'ਚ ਤਾਈਓ ਸਮਝਾਉਂਦੇ, ਮਹਾਰਾਜ ਕਹਿੰਦੇ ਆ ਵੀ ਆਪਾਂ ਤੀਰਥਾਂ ਤੇ ਜਾਂਦੇ ਆ ਪਰ ਸਭ ਤੋਂ ਵੱਡਾ ਤੀਰਥ ਕੀ ਆ? ਇੱਥੇ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਕਹਿੰਦੇ ਆ ਮੇਰੇ ਵਾਸਤੇ ਸਭ ਤੋਂ ਵੱਡਾ ਤੀਰਥ ਆ ਉਹ ਪਰਮਾਤਮਾ ਦਾ ਨਾਮ। ਤਾਂ ਹੀ ਸਤਿਗੁਰ ਕਹਿੰਦੇ ਆ ਤੀਰਥ ਹਮਰਾ ਹਰ ਕੋ ਨਾਮ ਗੁਰ ਲੈਤ। ਮਹਾਰਾਜ ਕਹਿੰਦੇ ਤੀਰਥ ਹਮਰਾ ਹਰ ਕੋ ਨਾਮ ਗੁਰ ਉਪਦੇਸਿਆ ਤਤ ਗਿਆਨ। ਵੀ ਇਹ ਮੈਨੂੰ ਮਹਾਰਾਜ ਕਹਿੰਦੇ ਕਿੱਥੋਂ ਪਤਾ ਲੱਗਾ, ਮੈਂ ਕਿੱਥੋਂ ਸਿੱਖਿਆ ਕਿ ਜਿਹੜਾ ਨਾਮ ਆ ਉਹ ਮੇਰੇ ਵਾਸਤੇ ਤੀਰਥ ਆ। ਇਹ ਫਿਰ ਸਤਿਗੁਰੂ ਗੁਰਬਾਣੀ 'ਚ ਗਿਆਨ ਦਿੰਦੇ ਆ, ਕਹਿੰਦੇ ਮੇਰੇ ਗੁਰੂ ਨੇ ਮੈਨੂੰ ਉਪਦੇਸ਼ ਦਿੱਤਾ, ਮੇਰੇ ਗੁਰੂ ਨੇ ਗਿਆਨ ਦਿੱਤਾ, ਮੇਰੇ ਗੁਰੂ ਨੇ ਉਹ ਗਿਆਨ ਦਾ ਤੱਤ ਦਾ ਮਤਲਬ ਹੁੰਦਾ ਨਿਚੋੜ ਕੱਢਣਾ, ਨਿਚੋੜ ਕੱਢ ਕੇ ਦੱਸਿਆ ਕਿ ਭਾਈ ਸਭ ਤੋਂ ਵੱਡਾ ਤੀਰਥ, ਸਭ ਤੋਂ ਵੱਡਾ ਇਸ਼ਨਾਨ ਪਰਮਾਤਮਾ ਦਾ ਸਿਮਰਨ ਕਰਨਾ, ਨਾਮ ਜਪਣਾ। ਤਾਂ ਹੀ ਮਹਾਰਾਜ ਕਹਿੰਦੇ ਤੀਰਥ ਹਮਰਾ, ਮਹਾਰਾਜ ਕਹਿੰਦੇ ਤੀਰਥ ਮੇਰੇ ਵਾਸਤੇ ਕੀ ਆ? ਤੀਰਥ ਹਮਰਾ ਹਰ ਕੋ ਨਾਮ, ਹਰੀ ਦਾ ਨਾਮ ਮੇਰੇ ਵਾਸਤੇ ਤੀਰਥ ਆ। ਤੇ ਮੈਨੂੰ ਕਿਹਨੇ ਦੱਸਿਆ? ਮਹਾਰਾਜ ਕਹਿੰਦੇ ਗੁਰ ਉਪਦੇਸਿਆ ਤਤ ਗਿਆਨ, ਮੈਨੂੰ ਗੁਰੂ ਨੇ ਗਿਆਨ ਦਿੱਤਾ, ਗੁਰੂ ਨੇ ਉਪਦੇਸ਼ ਦਿੱਤਾ ਕਿ ਸਭ ਤੋਂ ਵੱਡਾ ਤੀਰਥ ਉਹ ਪਰਮਾਤਮਾ ਦਾ ਨਾਮ ਆ। ਸਤਿਗੁਰੂ ਗੁਰਬਾਣੀ 'ਚ ਆਪਾਂ ਨੂੰ ਤਾਂ ਹੀ ਅੱਗੇ ਸਮਝਾਉਂਦੇ, ਮਹਾਰਾਜ ਕਹਿੰਦੇ ਆ ਨਾਮ ਲੈਂਦਿਆਂ ਹੋਰ ਕੀ ਕੁਛ ਹੋ ਸਕਦਾ ਆ। ਉਹ ਫਿਰ ਪਾਤਸ਼ਾਹ ਗਿਆਨ ਦੇ ਰਹੇ ਆ। ਮਹਾਰਾਜ ਕਹਿੰਦੇ ਨਾਮ ਲੈਤ ਦੁੱਖ ਦੂਰ ਪਰਾਨਾ, ਜਿਹੜਾ ਜੰਮਣ ਤੇ ਮਰਨ ਦਾ ਦੁੱਖ ਲੱਗਾ ਸੀ ਉਹ ਦੂਰ ਚਲਾ ਗਿਆ, ਉਹ ਖਤਮ ਹੋ ਗਿਆ। ਤਾਂ ਹੀ ਮਹਾਰਾਜ ਕਹਿੰਦੇ ਨਾਮ ਲੈਤ
ਦੁੱਖ ਦੂਰ ਪਰਾਨਾ, ਨਾਮ ਲੈਤ ਅਤ ਮੂੜ ਸੋ ਗਿਆਨਾ। ਹੁਣ ਇੱਥੇ ਕਈ ਵਾਰ ਕਈ ਗੁਰਮੁਖ ਕਹਿੰਦੇ ਵੀ ਸਾਨੂੰ ਬੜੇ ਸਾਲ ਹੋ ਗਏ ਗੁਰਬਾਣੀ ਪੜ੍ਹਦਿਆਂ ਨੂੰ। ਪਹਿਲੀ ਗੱਲ ਤੇ ਕਹਿੰਦੇ ਵੀ ਕਈ ਸਾਨੂੰ ਗੁਰਬਾਣੀ ਵੀ ਕੰਠ ਨਹੀਂ ਹੋਈ, ਤੇ ਜੇ ਗੁਰਮੁਖ ਕਹਿੰਦੇ ਗੁਰਬਾਣੀ ਕੰਠ ਹੋ ਗਈ ਆ ਤੇ ਸਾਨੂੰ ਇਹੋ ਜਿਹਾ ਗਿਆਨ, ਇਹੋ ਜਿਹੀ ਕਥਾ ਸਾਡੇ ਅੰਦਰੋਂ ਪ੍ਰਗਟ ਕਿਉਂ ਨਹੀਂ ਹੋਈ, ਜਿਹੜੀ ਸਤਿਗੁਰ ਦੇ ਮਿਲਾਪ ਦੇ ਮਾਰਗ ਵਾਸਤੇ ਸਾਨੂੰ ਇਹ ਸਤਿਗੁਰ ਸਮਝਾ ਰਹੇ ਆ। ਹੁਣ ਮਹਾਰਾਜ ਕਹਿੰਦੇ ਜਦੋਂ ਨਾਮ ਜਪੋਗੇ ਨਾ, ਮੂਰਖ ਤੋਂ ਮੂਰਖ ਬੰਦੇ ਨੂੰ ਵੀ ਪਰਮਾਤਮਾ ਦੇ ਨਾਮ ਦਾ ਗਿਆਨ ਆਜੂ। ਮੂਰਖ ਤੋਂ ਮੂਰਖ ਬੰਦੇ ਨੂੰ ਵੀ ਗਿਆਨ ਆ ਜਾਊਗਾ ਕਿ ਦੁਨੀਆ ਦੇ ਵਿੱਚ ਮੈਂ ਕੀ ਕਰਨ ਵਾਸਤੇ ਆਇਆ, ਇਹ ਮਨੁੱਖਾ ਦੇ ਹੀ ਪਰਮਾਤਮਾ ਨੇ ਮੈਨੂੰ ਕਾਹਦੇ ਵਾਸਤੇ ਦਿੱਤੀ। ਤਾਂ ਹੀ ਪਾਤਸ਼ਾਹ ਕਹਿੰਦੇ ਨਾਮ ਲੈਤ ਅਤ ਮੂੜ। ਅਤ ਮੂੜ ਦਾ ਮਤਲਬ ਅਤ ਦਾ ਮੂਰਖ ਬੰਦਾ ਹੋਵੇ, ਭਾਵੇਂ ਜਿਹਨੂੰ ਕੁਛ ਵੀ ਨਹੀਂ ਪਤਾ। ਆਪਾਂ ਜਿਵੇਂ ਕਹਿ ਦਿੰਦੇ ਵੀ ਇਹਦੇ ਮੂਰਖ ਆ, ਝੁੱਡੂ ਜਿਹਾ, ਇਹਨੂੰ ਕਿਹੜੀ ਗੱਲ ਦਾ ਪਤਾ ਹੋਣਾ। ਪਰ ਮਹਾਰਾਜ ਕਹਿੰਦੇ ਨਾਮ ਦੇ ਵਿੱਚ ਇੰਨੀ ਤਾਕਤ ਆ, ਮੂਰਖ ਬੰਦੇ ਦੀ ਮੱਤ ਨੂੰ ਸਿਆਣਾ ਕਰ ਦਿੰਦੀ ਆ। ਇਹ ਪ੍ਰੈਕਟੀਕਲ ਆ, ਕੀਤਾ ਹੋਇਆ, ਅਜਮਾਇਆ ਹੋਇਆ। ਇਹ ਇੱਦਾਂ ਨਹੀਂ ਵੀ ਸਿਰਫ ਕਰਨ ਸੁਣਨ ਵਾਲੀਆਂ ਗੱਲਾਂ। ਮਹਾਰਾਜ ਕਹਿੰਦੇ ਨਾਮ ਲੈਤ ਅਤ ਮੂੜ ਸੋ ਗਿਆਨਾ। ਅਤ ਦੇ ਮੂਰਖ ਬੰਦੇ ਨੂੰ ਵੀ ਗਿਆਨ ਆ ਸਕਦਾ ਜੇ ਉਹ ਸੁਰਤ ਕਰਕੇ ਨਾਮ ਤੱਕ ਪਹੁੰਚ ਗਿਆ ਅੰਦਰ। ਪਾਤਸ਼ਾਹ ਅੱਗੇ ਗੁਰਬਾਣੀ 'ਚ ਆਪਾਂ ਨੂੰ ਸਮਝਾਉਂਦੇ ਆ। ਮਹਾਰਾਜ ਕਹਿੰਦੇ ਆ ਨਾਮ ਲੈਣ ਨਾਲ ਹੋਰ ਕੀ ਹੋਊਗਾ। ਹੁਣ ਦੁਨੀਆ ਦੇ ਲੋਕ ਇੱਥੇ ਆਪਾਂ ਕਈ ਵਾਰ ਦੇਖਿਆ ਨਾ, ਜਿਵੇਂ ਕੱਲ੍ਹ ਵੀ ਵਿਚਾਰ ਕਰਦੇ ਸੀ ਕਿ ਦੁਨੀਆ ਦੇ ਲੋਕ ਕਹਿੰਦੇ ਵੀ ਮੈਨੂੰ ਉਹ ਚਾਨਣ ਦਿਖਿਆ, ਮੈਨੂੰ ਉਹ ਪ੍ਰਕਾਸ਼ ਦਿਖਿਆ, ਮੈਨੂੰ ਆਹ ਚੀਜ਼ ਦਿਖੀ, ਮੈਨੂੰ ਉਹ ਦਿਖੀ। ਪਰ ਮਹਾਰਾਜ ਕਹਿੰਦੇ ਆ ਜਦੋਂ ਨਾਮ ਲਵਾਂਗੇ ਸਾਡੇ ਅੰਦਰ ਉਹ ਚਾਨਣ, ਉਹ ਉਜਿਆਰਾ ਪ੍ਰਗਟ ਹੋ ਜਾਏਗਾ। ਪਰ ਉਹ ਮੁੜ ਕੇ ਬੋਲ ਕੇ ਨਹੀਂ ਦੱਸਿਆ ਜਾਂਦਾ ਵੀ ਇੱਦਾਂ ਦਾ ਮੈਨੂੰ ਆਹ ਚੀਜ਼ ਨਜ਼ਰ ਆਈ ਜਾਂ ਇੱਦਾਂ ਦਾ ਮੈਂ ਆਹ ਦੇਖਿਆ। ਤਾਂ ਹੀ ਮਹਾਰਾਜ ਗੁਰਬਾਣੀ 'ਚ ਆਪਾਂ ਨੂੰ ਸਮਝਾਉਂਦੇ ਆ। ਮਹਾਰਾਜ ਕਹਿੰਦੇ ਨਾਮ ਲੈਤ ਪ੍ਰਗਟ ਉਜਿਆਰਾ, ਨਾਮ ਲੈਤ ਛੁੱਟੇ ਜੰਜਾਰਾ। ਜੰਜਾਰੇ ਦਾ ਮਤਲਬ ਜੰਜੀਰ। ਹੁਣ ਜੰਜੀਰ ਕਿਹੜੀ ਆ? ਜਿਹੜੀ ਜੰਜੀਰ ਇਹਨਾਂ ਪੰਜਾਂ ਨੇ ਤੇ ਕਾਲ ਨੇ ਸਾਡੇ ਮਨ ਦੇ ਤੇ ਪੈਰਾਂ ਦੇ ਵਿੱਚ ਫਾਈ ਪਾਈ ਹੋਈ ਆ। ਗਲ ਦੇ ਵਿੱਚ ਫਾਈ ਪਾਈ ਆ ਤੇ ਪੈਰਾਂ ਵਿੱਚ ਇਹਨਾਂ ਪੰਜਾਂ ਨੇ ਜੰਜੀਰਾਂ ਪਾਈਆਂ ਹੋਈਆਂ ਵਾ, ਕਾਮ ਦੀਆਂ, ਕ੍ਰੋਧ ਦੀਆਂ, ਲੋਭ ਮੋਹ ਹੰਕਾਰ, ਨਿੰਦਿਆ ਚੁਗਲੀ ਈਰਖਾ ਵੈਰ ਵਿਰੋਧ ਦੀਆਂ। ਪਰ ਪਾਤਸ਼ਾਹ ਕਹਿੰਦੇ ਜੇ ਤੁਸੀਂ ਸਿਮਰਨ ਕਰੋਗੇ, ਜੇ ਤੁਸੀਂ ਨਾਮ ਜਪੋਗੇ, ਨਾਮ ਨੇ ਤੁਹਾਡੀਆਂ ਉਹ ਜੰਜੀਰਾਂ ਨੂੰ ਤੋੜ ਦੇਣਾ। ਤਾਂ ਹੀ ਮਹਾਰਾਜ ਕਹਿੰਦੇ ਨਾਮ ਲੈਤ ਛੁੱਟੇ ਜੰਜਾਰਾ। ਪਰ ਇੱਥੋਂ ਤੱਕ ਵੀ ਸਤਿਗੁਰੂ ਕਹਿ ਰਹੇ ਆ ਜਿਹੜੇ ਜਮ ਅੰਤ ਸਮੇਂ ਹਰ ਇੱਕ ਜੀਵ ਦੀ ਸੁਰਤ ਨੂੰ ਜਦੋਂ ਕੱਢ ਕੇ ਲੈ ਕੇ ਜਾਂਦੇ, ਜਿਹੜੇ ਜਮ ਆ ਨਾ ਉਹ ਕੌਣ ਆ? ਜਿਹੜੇ ਸਾਡੇ ਸਰੀਰ ਦੇ ਅੰਦਰ ਕਾਮ ਕ੍ਰੋਧ ਲੋਭ ਹੰਕਾਰ, ਜਿਹੜੇ ਹੁਣ ਮਨ ਕੋ ਇਹ ਵਿਚਾਰਾਂ ਦਾ ਫੁਰਨਿਆਂ ਦਾ ਕੰਮ ਕਰਵਾਉਂਦੇ ਆ ਨਾ, ਅੰਤ ਸਮੇਂ ਇਹੋ ਹੀ ਜਮ ਬਣ ਕੇ ਆ ਜਾਂਦੇ ਆ। ਪਰ ਮਹਾਰਾਜ ਕਹਿੰਦੇ ਆ ਜੇ ਨਾਮ ਜਪੋਗੇ ਤੇ ਨਾਮ ਦੇ ਨੇੜੇ ਇਹ ਜਮ ਵੀ ਨਹੀਂ ਆ ਸਕਦੇ। ਸਤਿਗੁਰੂ ਤਾਈਓ ਕਹਿੰਦੇ ਨਾਮ ਲੈਤ ਜਮ ਨੇੜ ਨਾ ਆਵੈ, ਨਾਮ ਲੈ ਦਰਗਹਿ ਸੁਖ ਪਾਵੈ। ਹੁਣ ਨਾਮ ਲੈਣ ਨਾਲ ਕਿਵੇਂ ਜਮ ਨੇੜੇ ਨਹੀਂ ਆਉਂਦੇ? ਸਤਿਗੁਰੂ ਗੁਰਬਾਣੀ 'ਚ ਇਹ ਗਿਆਨ ਬਖਸ਼ਿਸ਼ ਕਰਦੇ ਆ ਜਦੋਂ ਸਾਡੇ ਅੰਦਰ ਉਹ ਨਾਮ ਅਨਹਦ ਨਾਦ ਅਨਹਦ ਧੁਨ ਪ੍ਰਗਟ ਹੋ ਜਾਂਦੀ ਆ। ਕਿਉਂਕਿ ਇਹ ਪੰਜ ਜਾਣੇ ਕਿਸੇ ਵੀ ਚੀਜ਼ ਤੋਂ ਨਹੀਂ ਡਰਦੇ, ਇਹ ਕਿਸੇ ਵੀ ਚੀਜ਼ ਤੋਂ ਨਹੀਂ ਡਰਦੇ, ਭਾਵੇਂ ਜੋ ਮਰਜ਼ੀ ਕਰ ਲਈਏ। ਇਹ ਸਿਰਫ ਡਰਦੇ ਆ ਅਕਾਲ ਪੁਰਖ ਪਰਮਾਤਮਾ ਦਾ ਜਿਹੜਾ ਸ਼ਬਦ ਸ੍ਰਿਸ਼ਟੀ ਵਿੱਚ ਚੱਲ ਰਿਹਾ, ਜਿਹੜਾ ਸ਼ਬਦ ਉਹੀ ਅਨਹਦ ਸਾਡੇ ਅੰਦਰ ਵੀ ਚੱਲ ਰਿਹਾ। ਤਾਂ ਹੀ ਮਹਾਰਾਜ ਗੁਰਬਾਣੀ 'ਚ ਸਮਝਾਉਂਦੇ ਆ, ਪਾਤਸ਼ਾਹ ਸਮਝਾਉਣਾ ਕਰਦੇ ਆ, ਅਫਰਿਓ ਜਮ ਮਾਰਿਆ ਨਾ ਜਾਈ, ਗੁਰ ਕੇ ਸ਼ਬਦ ਨੇੜ ਨਾ ਆਈ, ਨਾਮ ਸੁਣੇ ਤਾਂ ਦੂਰੋਂ ਭਾਗੇ, ਮਤ ਮਾਰੇ ਹਰ ਜੀਓ ਬੇਪਰਵਾਹ ਹੈ। ਜਿਸ ਗੁਰਮੁਖ ਦੇ ਅੰਦਰ ਨਾਮ ਪ੍ਰਗਟ ਹੋ ਗਿਆ, ਪਾਤਸ਼ਾਹ ਕਹਿੰਦੇ ਆ ਜਮ ਉਹਦੇ ਨੇੜੇ ਨਹੀਂ ਆਉਣਗੇ। ਜਮ ਨੇੜੇ ਨਹੀਂ ਆਉਣਗੇ ਤੇ ਉਹ ਨਾਮ ਸਿੱਧਾ ਉਸ ਸੁਰਤ ਨੂੰ, ਉਸ ਮਨ ਨੂੰ ਸਰੀਰ ਚੋਂ ਕੱਢ ਕੇ ਦਰਗਾਹ ਦੇ ਵਿੱਚ ਲੈ ਕੇ ਜਾਏਗਾ। ਤਾਂ ਹੀ ਮਹਾਰਾਜ ਗੁਰਬਾਣੀ 'ਚ ਕਹਿੰਦੇ ਆ ਨਾਮ ਲੈਤ ਜਮ ਨੇੜ ਨਾ ਆਵੈ, ਨਾਮ ਲੈਤ ਦਰਗਹਿ ਸੁਖ ਪਾਵੈ। ਸਿਰਫ ਇੰਨਾ ਨਹੀਂ, ਨਾਮ ਜਪਣ ਵਾਲਿਆਂ ਨੂੰ ਜਿਹਦੇ ਅੰਦਰ ਨਾਮ ਪ੍ਰਗਟ ਹੋ ਗਿਆ, ਏਡੀ ਵੱਡੀ ਗੁਰਬਾਣੀ ਵਿੱਚ ਵਡਿਆਈ ਦਿੱਤੀ ਆ। ਮਹਾਰਾਜ ਕਹਿੰਦੇ ਨਾਮ ਲੈਣ ਵਾਲੇ ਨੂੰ ਅਕਾਲ ਪੁਰਖ ਸ਼ਾਬਾਸ਼ ਵੀ ਦਿੰਦਾ ਆ ਕਿ ਮੇਰਾ ਪੁੱਤ ਦੁਨੀਆ 'ਚ ਗਿਆ, ਇਹ ਮਨ ਬੱਚਾ ਇਹ ਮਾਇਆ ਦੇ ਘਰ ਵਿੱਚ ਗਿਆ। ਮਾਇਆ ਕੀ? ਸਰੀਰ। ਜਿਹੜੇ ਘਰਾਂ ਦੇ ਸਰੀਰ ਨੇ ਉਹ ਵੀ ਮਾਇਆ, ਸਾਡਾ ਆਪਣਾ ਸਰੀਰ ਵੀ ਮਾਇਆ। ਉੱਥੇ ਪਰਮਾਤਮਾ ਸ਼ਾਬਾਸ਼ ਦਿੰਦਾ ਆ ਕਿ ਮਨ ਬੱਚੇ ਕਾਲ ਦੇ ਦੇਸ਼ 'ਚ ਗਿਆ ਸੀ। ਆਹ ਦੇਸ਼ ਕਿਹਦਾ ਆ?
ਕਾਲ ਦਾ ਜਿੱਥੇ ਆਪਾਂ ਤੁਰੇ ਫਿਰਦੇ ਹਾਂ, ਸ੍ਰਿਸ਼ਟੀ ਕਿਹਦੀ ਆ? ਇਹ ਕਾਲ ਦੇ ਵਸ ਵਿੱਚ ਕੀਤੀ ਹੋਈ ਆ। ਉਦਣ ਵੀ ਆਪਾਂ ਸਤਿਗੁਰਾਂ ਦੇ ਪਾਵਨ ਬਚਨ ਪੜ੍ਹੇ ਸੀ ਕਿ ਖੰਡ ਪਤਾਲ ਦੀਪ ਸਭ ਲੋਆ ਸਭ ਕਾਲੇ ਵਸ ਆਪ ਪ੍ਰਭ ਕੀਆ, ਬਣਾ ਕੇ ਤੇ ਕਾਲ ਦੇ ਵਸ 'ਚ ਕਰ ਦਿੱਤਾ। ਤੇ ਸਾਨੂੰ ਗੁਰੂਆਂ ਦੁਆਰਾ, ਭਗਤਾਂ ਦੁਆਰਾ, ਸੰਤਾਂ ਸਾਧੂਆਂ ਦੁਆਰਾ ਇਹ ਭੇਤ ਵੀ ਸਮਝਾਤਾ ਕਿ ਦੇਸ਼ ਕਾਲ ਦਾ ਜਿੱਥੇ ਤੁਸੀਂ ਖੇਡ ਖੇਡਣ ਆਏ ਹੋ, ਪਰ ਕਾਲ ਦੇ ਦੇਸ਼ 'ਚੋਂ ਤੁਸੀਂ ਮੁਕਤ ਕਿਵੇਂ ਹੋ ਸਕਦੇ ਹੋ? ਉਹ ਫਿਰ ਪਾਤਸ਼ਾਹ ਆਪਾਂ ਨੂੰ ਗੁਰਬਾਣੀ ਸਮਝਾਉਂਦੇ ਆ, ਨਾਮ ਲੈਤ ਪ੍ਰਭ ਕਹੈ ਸ਼ਾਬਾਸ਼ ਨਾਮ ਹਮਾਰੀ ਸਾਚੀ ਰਾਸ। ਪਾਤਸ਼ਾਹ ਕਹਿੰਦੇ ਆ ਨਾਮ ਲੈਣ ਵਾਲਿਆਂ ਨੂੰ ਅਕਾਲ ਪੁਰਖ ਪਰਮਾਤਮਾ ਸ਼ਾਬਾਸ਼ ਦਿੰਦਾ ਕਿ ਮੇਰਾ ਮਨ ਬੱਚਾ ਮਾਇਆ ਦਾ ਸਰੀਰ ਲੈ ਕੇ ਦੁਨੀਆ 'ਚ ਗਿਆ, ਪਰ ਇਹ ਮਾਇਆ 'ਚ ਫਸਿਆ ਨਹੀਂ, ਇਹਨੇ ਸੁਰਤ ਮੇਰੇ ਨਾਲ ਜੋੜ ਕੇ ਰੱਖੀ, ਕਿਰਤ ਵੀ ਕਰਦਾ ਰਿਹਾ, ਆਪਣੇ ਪਰਿਵਾਰ ਵਿੱਚ ਵੀ ਵਿਚਰਦਾ ਰਿਹਾ, ਪਰ ਇਹਨੇ ਸੁਰਤ ਮੇਰੇ ਨਾਲ ਵੀ ਜੋੜ ਕੇ ਰੱਖੀ। ਹੁਣ ਜਿਹੜਾ ਪਰਿਵਾਰ ਆ, ਜਿੰਨੇ ਪਰਿਵਾਰ ਦੇ ਸਰੀਰ ਆ, ਇਹਨੂੰ ਮਾਇਆ ਕਹਿ ਦਿੱਤਾ। ਤੇ ਪਾਤਸ਼ਾਹ ਕਹਿੰਦੇ ਆ ਗੁਰੂ ਦੀ ਕਿਰਪਾ ਦੇ ਨਾਲ ਜਿਹਦੀ ਲਿਵ ਪਰਮਾਤਮਾ ਨਾਲ ਜੁੜ ਜਾਂਦੀ ਆ, ਉਹ ਇਸ ਮਾਇਆ ਦੇ ਵਿੱਚ ਰਹਿ ਕੇ ਵੀ ਪਰਮਾਤਮਾ ਦੀ ਪ੍ਰਾਪਤੀ ਕਰ ਲੈਂਦਾ। ਤਾਂ ਹੀ ਮਹਾਰਾਜ ਗੁਰਬਾਣੀ 'ਚ ਆਪਾਂ ਨੂੰ ਗਿਆਨ ਬਖਸ਼ਿਸ਼ ਕਰਦੇ ਆ, ਗੁਰ ਪ੍ਰਸਾਦੀ ਜਿਨ੍ਹਾਂ ਲਿਵ ਲਾਗੀ ਤਿੰਨੀ ਵਿੱਚੇ ਮਾਇਆ ਪਾਇਆ। ਪਾਤਸ਼ਾਹ ਕਹਿੰਦੇ ਆ ਉਹ ਮਾਇਆ ਵਿੱਚ ਰਹਿ ਕੇ ਵੀ ਪਰਮਾਤਮਾ ਨੂੰ ਪਾ ਲੈਂਦੇ ਆ, ਤੇ ਦੁਨੀਆ ਦੇ ਬਹੁਤੇ ਜੀਵ ਇਸ ਮਾਇਆ ਦੇ ਘਰ ਦੇ ਵਿੱਚ ਆ ਕੇ ਪਰਮਾਤਮਾ ਨੂੰ ਭੁੱਲ ਜਾਂਦੇ ਤੇ ਮਾਇਆ ਦੇ ਨਾਲ ਜੁੜ ਜਾਂਦੇ। ਤਾਂ ਹੀ ਪਾਤਸ਼ਾਹ ਕਹਿੰਦੇ ਆ ਨਾਮ ਲੈਤ ਪ੍ਰਭ ਕਹੈ ਸ਼ਾਬਾਸ਼ ਨਾਮ ਹਮਾਰੀ ਸਾਚੀ ਰਾਸ ਗੁਰ ਉਪਦੇਸ਼ ਕਹਿਓ ਇਹ ਸਾਰ। ਹੁਣ ਗੁਰੂ ਸਾਡਾ ਸਾਨੂੰ ਉਪਦੇਸ਼ ਦਿੰਦਾ ਵੀ ਮੇਰੀ ਗੱਲ ਮੰਨੋ। ਹੁਣ ਆਪਾਂ ਦੇਖਣਾ ਕਿ ਅਸੀਂ ਗੁਰਬਾਣੀ ਤੇ ਪੜ੍ਹੀ ਜਾਂਦੇ ਆ, ਗੁਰੂ ਨਾਲ ਗੱਲਾਂ ਤੇ ਕਰੀ ਜਾਂਦੇ ਆ, ਪਰ ਕਦੀ ਗੁਰੂ ਦੀ ਗੱਲ ਮੰਨੀ ਆ? ਜਿਵੇਂ ਆਪਾਂ ਅੱਗੇ ਵੀ ਉਦਾਹਰਨ ਲੈਂਦੇ ਨੇ ਵੀ ਸਾਡਾ ਡੈਡੀ, ਫਾਦਰ, ਪਿਤਾ ਆਪਣੇ ਘਰ ਵਿੱਚ ਹੁੰਦਾ ਨਾ, ਤੇ ਉਹਦੇ ਨਾਲ ਗੱਲਾਂ ਬਾਤਾਂ ਮੰਜੀ ਤੇ ਬੈਠ ਕੇ ਕਰਦੇ ਆ ਵੀ ਹਾਂਜੀ ਡੈਡੀ ਦੱਸੋ, ਪਿਤਾ ਜੀ, ਪਾਪਾ ਜੀ ਦੱਸੋ ਕਿਵੇਂ ਆ। ਤੇ ਜੇ ਪਿਤਾ ਕੋਈ ਕੰਮ ਕਹਿ ਦੇ ਤੇ ਪੁੱਤ ਕਹਿ ਦੇ ਵੀ ਦਫਾ ਕਰ, ਬੁੱਢਾ ਰੌਲਾ ਪਾਈ ਜਾਂਦਾ, ਤੇ ਉੱਥੇ ਪਿਓ ਦੀ ਕੀ ਕਦਰ ਰਹਿ ਜਾਂਦੀ ਆ। ਇਸੇ ਤਰ੍ਹਾਂ ਪਾਤਸ਼ਾਹ ਕਹਿੰਦੇ ਆ ਤੁਸੀਂ ਗੱਲਬਾਤ ਤੇ ਕਰਦੇ ਹੋ, ਜਦੋਂ ਬਾਣੀ ਪੜ੍ਹਦੇ ਹੋ ਮਤਲਬ ਪਰਮਾਤਮਾ ਨਾਲ ਗੱਲਬਾਤ ਕਰਦੇ ਹੋ, ਪਰ ਕਦੀ ਪਰਮਾਤਮਾ ਦੀ ਸਤਿਗੁਰ ਦੀ ਗੱਲ ਮੰਨੀ ਜੇ? ਹੁਣ ਸਤਿਗੁਰ ਤੇ ਕਹਿੰਦਾ ਸਿਮਰਨ ਕਰੋ, ਸਤਿਗੁਰ ਤੇ ਕਹਿੰਦਾ ਵੀ ਉਸ ਅਕਾਲ ਪੁਰਖ ਨੂੰ ਮਿਲੋ ਜਿਹਦੇ ਵਿੱਚ ਗੁਰੂ ਸਾਹਿਬਾਨ ਸਮਾਏ ਹੋਏ ਆ, ਜਿਹਦੇ ਵਿੱਚ ਭਗਤ ਸੰਤ ਸਾਧੂ ਗੁਰਮੁਖ ਬ੍ਰਹਮ ਗਿਆਨੀ ਸਮਾਏ ਹੋਏ ਆ। ਮੈਂ ਤੁਹਾਨੂੰ ਲਿਖ ਕੇ ਦਿੱਤਾ ਤੇ ਤੁਹਾਨੂੰ ਫਿਰ ਵੀ ਸਮਝ ਨਹੀਂ ਲੱਗਦੀ। ਤਾਂ ਹੀ ਮਹਾਰਾਜ ਗੁਰਬਾਣੀ 'ਚ ਕਹਿੰਦੇ ਗੁਰ ਉਪਦੇਸ਼, ਮਹਾਰਾਜ ਕਹਿੰਦੇ ਗੁਰੂ ਤੇ ਉਪਦੇਸ਼ ਦੇ ਰਿਹਾ, ਗੁਰੂ ਦਾ ਉਪਦੇਸ਼ ਪੜ੍ਹ ਰਹੇ ਆ, ਪਰ ਗੁਰੂ ਦਾ ਉਪਦੇਸ਼ ਅਸੀਂ ਮੰਨ ਨਹੀਂ ਰਹੇ, ਕਿਉਂਕਿ ਪੜ੍ਹਨਾ ਹੋਰ ਗੱਲ ਆ ਤੇ ਮੰਨਣਾ ਹੋਰ ਗੱਲ ਆ। ਤਾਂ ਹੀ ਮਹਾਰਾਜ ਕਹਿੰਦੇ ਗੁਰ ਉਪਦੇਸ਼ ਕਹਿਓ ਇਹ ਸਾਰ। ਗੁਰੂ ਪੁਕਾਰ ਪੁਕਾਰ ਕੇ ਸਾਨੂੰ ਕਹਿ ਰਿਹਾ, ਕੀ ਕਹਿ ਰਿਹਾ? ਹਰ ਕੀਰਤ ਮਨ ਨਾਮ ਆਧਾਰ। ਕੀਰਤ ਮਤਲਬ ਹੁੰਦਾ ਕੀਰਤੀ ਕਰਨੀ, ਸਿਮਰਨ ਕਰਨਾ, ਕਿਹਦਾ? ਹਰੀ ਦਾ। ਹਰ ਕੀਰਤ, ਕਿਉਂਕਿ ਮਨ ਦੀ ਸਾਰ ਕਿੰਨੇ ਲੈਣੀ ਆ? ਹਰੀ ਦੀ ਕੀਰਤੀ ਦੇ ਨਾਲ ਮਨ ਦੀ ਸਾਰ ਲਈ ਜਾਊਗੀ। ਤਾਂ ਹੀ ਪਾਤਸ਼ਾਹ ਕਹਿੰਦੇ ਹਰ ਕੀਰਤ ਮਨ ਨਾਮ ਆਧਾਰ। ਐ ਮਨਾ ਤੇਰਾ ਆਧਾਰ ਕੇਵਲ ਤੇ ਕੇਵਲ ਨਾਮ ਦੇ ਨਾਲ ਹੋਏਗਾ। ਬਾਕੀ ਕਰਮ ਕਾਂਡ ਜਿੱਦਾਂ ਦੇ ਮਰਜ਼ੀ ਦੁਨੀਆ 'ਚ ਤੂੰ ਕਰੀ ਜਾ, ਨਾਮ ਤੋਂ ਬਿਨਾ ਤੇਰਾ ਕਦੀ ਵੀ ਉਧਾਰ ਕੋਈ ਚੀਜ਼ ਕਰ ਹੀ ਨਹੀਂ ਸਕਦੀ। ਤੇ ਆਪਾਂ ਸਤਿਗੁਰ ਦੇ ਪਾਵਨ ਬਚਨ ਪੜ੍ਹਦੇ ਹਾਂ ਗੁਰਬਾਣੀ ਦੇ ਵਿੱਚ, ਮਹਾਰਾਜ ਗੁਰਬਾਣੀ 'ਚ ਆਪਾਂ ਨੂੰ ਸਮਝਾਉਂਦੇ ਹਰ ਕੀਰਤ ਮਨ ਨਾਮ ਉਧਾਰ ਨਾਨਕ ਉਧਰੇ ਨਾਮ ਪੁਨ੍ਹਾ ਚਾਰ ਅਵਰ ਕਰਮ ਲੋਕਹਿ ਪਤਿਆਰ। ਦੇਖੋ ਮਾਲਕ ਨੇ ਨਾਮ ਜਪਣ ਵਾਲਿਆਂ ਨੂੰ, ਸਿਮਰਨ ਕਰਨ ਵਾਲਿਆਂ ਨੂੰ ਕਿੰਨੀ ਵੱਡੀ ਵਡਿਆਈ ਬਖਸ਼ਿਸ਼ ਕੀਤੀ ਆ ਕਿ ਨਾਮ ਦੇ ਨਾਲ ਮੁਕਤ ਹੋਇਆ ਜਾਊਗਾ, ਨਾਮ ਦੇ ਨਾਲ ਤੁਹਾਡੇ ਪਾਪ ਖਤਮ ਹੋਣਗੇ, ਨਾਮ ਦੇ ਨਾਲ ਤੁਹਾਨੂੰ ਪਰਮਾਤਮਾ ਵੱਲੋਂ ਸ਼ਾਬਾਸ਼ ਦਿੱਤੀ ਜਾਊਗੀ ਕਿ ਮੇਰਾ ਬੱਚਾ ਦੁਨੀਆ 'ਚ ਗਿਆ ਤੇ ਇਹ ਜਿੱਤ ਕੇ ਆਇਆ। ਸੋ ਆਓ, ਜੇ ਸਾਡਾ ਪਿਤਾ ਕਹਿੰਦਾ ਵੀ ਨਾਮ ਵਿੱਚ ਸਾਨੂੰ ਸ਼ਾਬਾਸ਼ ਮਿਲਦੀ ਆ, ਸੋ ਆਓ ਆਪਾਂ ਗੁਰਮੁਖ ਫਿਰ ਨਾਮ ਜਪੀਏ, ਵਾਹਿਗੁਰੂ ਗੁਰਮੰਤਰ ਨੂੰ ਧਿਆਈਏ, ਤਾਂ ਕਿ ਆਪਾਂ ਵੀ ਉਸ ਸਤਿਗੁਰ ਦੀ ਸ਼ਾਬਾਸ਼ ਦੇ ਭਾਗੀਦਾਰ ਬਣੀਏ, ਆਪਾਂ ਵੀ ਹੱਕਦਾਰ ਬਣੀਏ ਕਿ ਐ ਵਾਹਿਗੁਰੂ ਅਸੀਂ ਤੇਰੇ ਬੱਚੇ ਆ, ਸਾਨੂੰ ਪਤਾ ਆ ਪਰਮਾਤਮਾ ਤੂੰ ਜਾਣਦਾ ਤੇ ਸਾਨੂੰ ਪਤਾ ਆ ਸਤਿਗੁਰ ਸੱਚੇ ਪਾਤਸ਼ਾਹ ਕਿ ਜਿੰਨਾ ਇਹ
ਸੰਸਾਰ ਦੇ ਸਾਗਰ ਦੇ ਵਿੱਚ ਪਾਣੀ ਆ ਨਾ, ਇੰਨੇ ਸਾਡੇ ਪਾਪ ਆ, ਪਰ ਜੇ ਤੂੰ ਕਿਰਪਾ ਕਰੇ ਤੇ ਸਾਡੇ ਪਾਪ ਧੁੱਪ ਸਕਦੇ ਆ। ਤਾਂ ਹੀ ਮਹਾਰਾਜ ਕਹਿੰਦੇ ਜੇਤਾ ਸਮੁੰਦ ਸਾਗਰ ਨੀਰ ਭਰਿਆ, ਜਿੰਨਾ ਸਮੁੰਦਰ 'ਚ ਪਾਣੀ ਆ ਇੰਨੇ ਸਾਡੇ ਔਗਣਿਆ, ਪਰ ਅਸੀਂ ਭੁੱਲ ਚੁੱਕੇ ਹਾਂ ਕਿ ਇੱਕ ਇੱਕ ਸਵਾਸ ਤੇ ਸਾਡਾ ਮਨ ਔਗਣ ਕਰਦਾ। ਜੇਤਾ ਸਮੁੰਦ ਸਾਗਰ ਨੀਰ ਭਰਿਆ, ਤੇਤੇ ਔਗਣ ਹਮਾਰੇ, ਦਇਆ ਕਰੋ ਕਿਛ ਮਿਹਰ ਉਪਾਵੋ, ਡੁੱਬਦੇ ਪੱਥਰ ਤਾਰੇ। ਵਾਹਿਗੁਰੂ ਸੁਣਿਆ ਸੀ, ਪਰ ਅੱਜ ਪੜ੍ਹ ਵੀ ਲਿਆ ਗੁਰਬਾਣੀ 'ਚ, ਤੂੰ ਤੇ ਡੁੱਬਦੇ ਹੋਏ ਪੱਥਰਾਂ ਨੂੰ ਤਾਰ ਸਕਦਾ, ਤੇ ਮੇਰੇ ਪਾਪ ਉਹਨਾਂ ਪੱਥਰਾਂ ਅੱਗੇ ਕੀ ਕੀਮਤ ਰੱਖਦੇ ਆ? ਤੂੰ ਮੈਨੂੰ ਕਿਉਂ ਨਹੀਂ ਬਖਸ਼ ਸਕਦਾ? ਮੇਰੇ ਪਾਪਾਂ ਨੂੰ ਕਿਉਂ ਨਹੀਂ ਧੋ ਸਕਦਾ? ਤੇ ਫਿਰ ਜੇ ਆਪਾਂ ਸਿਮਰਨ ਕਰਾਂਗੇ ਤੇ ਮਹਾਰਾਜ ਕਹਿੰਦੇ ਆ ਸਾਡੇ ਉਹ ਪਾਪ ਵੀ ਅਕਾਲ ਪੁਰਖ ਪ੍ਰਮਾਤਮਾ ਖਤਮ ਕਰ ਦਿੰਦਾ। ਸੋ ਆਓ ਆਪਾਂ ਸਾਰੇ ਗੁਰਮੁਖ ਆਪਣੇ ਗੁਰੂ ਨੂੰ ਵਾਹ ਵਾਹ ਕਰਕੇ ਆਪਾਂ ਆਵਾਜ਼ ਮਾਰਨੀ। ਕਿਉਂ? ਕਿਉਂਕਿ ਪਾਤਸ਼ਾਹ ਆਪਾਂ ਨੂੰ ਸਮਝਾਉਂਦੇ ਆ, ਵਾਹੋ ਵਾਹੋ ਕਰਤੇ ਸੇ ਜਨ ਸੋਹਣੇ, ਵਾਹੋ ਵਾਹੋ ਕਰਤਿਆਂ ਮਨ ਨਿਰਮਲ ਹੋਵੇ, ਹਉਮੈ ਵਿੱਚੋਂ ਜਾਏ ਗੁਰੂ ਗੁਰੂ, ਗੁਰ ਕਰ ਮਨ ਮੋਰ, ਗੁਰੂ ਬਿਨਾ ਮੈਂ ਨਾਹੀ ਹੋਰ। ਤੇ ਪਾਤਸ਼ਾਹ ਕਹਿੰਦੇ ਫਿਰ ਗੁਰੂ ਨੂੰ ਵਾਹ ਕਰਕੇ ਪੁਕਾਰੋ, ਵਾਹ ਉਹਦੀ ਉਸਤਤ ਕਰੋ। ਸੋ ਆਓ ਆਪਾਂ ਸਾਰੇ ਗੁਰਮੁਖ ਜਿਹੜੇ ਘਰਾਂ ਵਿੱਚ ਬੈਠੇ ਨੇ, ਜਿਹੜੇ ਕਿਰਤ ਨਹੀਂ ਕਰਦੇ, ਆਪਾਂ ਆਪਣੇ ਨੇਤਰ ਬੰਦ ਕਰ ਲੈਣੇ, ਸਾਸ ਗਿਰਾਸ ਪ੍ਰਮਾਤਮਾ ਦਾ ਸਿਮਰਨ ਕਰਨਾ ਤੇ ਆਪਣੀ ਆਵਾਜ਼ ਨੂੰ ਕੰਨਾਂ ਦੇ ਨਾਲ ਸੁਣੀ ਜਾਣਾ। ਜਿਹੜੇ ਗੁਰਮੁਖ ਕਿਰਤ ਕਰ ਰਹੇ ਆ, ਮਿਹਨਤ ਕਰ ਰਹੇ ਆ, ਆਪਣੀ ਕਮਾਈ ਕਰ ਰਹੇ ਆ, ਉਹ ਗੁਰਮੁਖ ਆਪਣੇ ਖੁੱਲ੍ਹੇ ਨੇਤਰਾਂ ਦੇ ਨਾਲ ਜਿਵੇਂ ਮਰਜ਼ੀ ਅਭਿਆਸ ਕਰ ਸਕਦੇ ਆ। ਪਰ ਜਿਹੜੇ ਆਪਾਂ ਬੈਠੇ ਹੋਏ ਆ, ਆਪਾਂ ਸੁਰਤੀ ਨੂੰ ਇਕਾਗਰ ਮਨ ਚਿਤ ਕਰਕੇ ਉਸ ਅਕਾਲ ਪੁਰਖ ਦਾ ਆਪਾਂ ਵੀ ਨਾਮ ਜਪੀਏ। ਸੋ ਆਓ ਸਾਰੇ ਹੀ ਗੁਰਮੁਖ ਕਰੋ ਜੀ ਕਿਰਪਾ। ਵਾਹ ਗੁਰੂ 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 ਵਾਹ ਗੁਰੂ